ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾ। ਅਬ ਮੋਰੋ ਠਾकुर ਸਿਉ ਮਨ ਮਾਨਾ। ਸਾਧ ਕਿਰਪਾਲ ਦਿਆਲ ਭਏ ਹੈ, ਇਹ ਛੇਦਿਓ ਦੁਸ਼ਟ ਬਿਗਾਨਾ। ਅਬ ਮੋਰੋ ਠਾकुर ਸਿਉ ਮਨ ਮਾਨਾ। ਸਾਧ ਕਿਰਪਾਲ ਦਿਆਲ ਭਏ ਹੈ, ਇਹ ਛੇਦਿਓ ਦੁਸ਼ਟ ਬਿਗਾਨਾ। ਰਹਾ ਤੁਮ ਹੀ ਸੁੰਦਰ ਤੁਮ ਹੈ ਸਿਆਨੇ, तुम ही सुगड़ सुजाना। सगल जोग अर ज्ञान ध्यान, एक निमख न कीमत जाना। तुम ही नायक तुम है छत्रपत, तुम पूर रहे भगवाना। पावो दान संत सेवा हर, नानक सद कुर्बाना। तुम ही नायक तुम है छत्रपत, तुम पूर रहे भगवाना। पावो दान संत सेवा हर, नानक सद कुर्बाना। वाहिगुरु जी का खालसा, वाहिगुरु जी की फतेह। चवर छत्र तखत दे मालिक सतगुरु, जुगो जुग अटल सर्व कला समरथ। धन श्री गुरु ग्रंथ साहिब जी की पावन पवित्र हजूरी विच सुभाईमान परम सत्कार जो गुरु रूप खालसा साध संगत जीओ, परम पिता वाहिगुरु जी की बख्शिश सदका अमृत वेले गुरु की पावन हजूरी विच बैठ के गुरबाणी कीर्तन श्रवण करन दा सुभाग प्राप्त होया है। जिथे गुरु के कीर्तनिया पासों कीर्तन का आनंद आप जी ने माणे है। श्री गुरु ग्रंथ साहिब जी की पवित्र बाणी की जो विचार आप जी सुनते हो, उस दे नाल संबंधित सतगुरु जी के ये पावन बचन सारंग राग विचों आप जी सरवण कर रहे सी। धन गुरु अर्जन देव जी महाराज अज दे इस मुखवाक दे राही सानू ये ज्ञान दे रहे ने कि जदों किसी मनुख का मन वाहिगुरु जी विच पतीज जाए, लिवलीन हो जाए, उन्होंने सारे थावां ते परमात्मा नजर आउंदा है। मन परमात्मा विच जुड़े किवें जां पतीजे किवें, क्योंकि मन नूं मनाउणा ही ते सब तो औखी गल है। बाबा कबीर साहब जी कहंदे, कहो कबीर मन मानिया तो हर जानिया। जदों मन मन जाए उदों ही असी परमात्मा नूं जान सकते हाँ। जे मन ना मने तो होर किसी साधन दे राही, किसी यतन दे राही असी परमात्मा नाल सांझ नहीं बना सकते। मुख तो असी बोलते हाँ, चंगी गल, पर जे मन नहीं मनिया उन्ना चिर परमात्मा नाल साडी सांझ नहीं बनेगी। मन नूं मनाउण दे लई लोग बड़े जप तप करते ने, होर साधन करते ने, किस तरीके नाल मन काबू आ जाए, मन मन जाए, पर मन फिर भी नहीं मनता। सतगुरु जी कहते मन नूं मनाउण दा तरीका है साध संगत। मन नूं मनाउण दा तरीका यह है कि जिन्हां दा मन परमात्मा दे प्यार च मन गया, जुड़ गया, उन्हां दी संगत करिए। जां इवें कह लईए, एक ते है असीं परमात्मा च जुड़ना, दूजा जो परमात्मा की विचारधारा वाले लोग ने
ਜਿਨ੍ਹਾਂ ਨੂੰ ਸਾਧੂ ਜਨ ਕਿਹਾ ਹੈ, ਸੰਤ ਜਨ ਕਿਹਾ ਹੈ, ਗੁਰਮੁਖ ਜਨ ਕਿਹਾ ਹੈ, ਉਹਨਾਂ ਦੀ ਸੰਗਤ ਵਿੱਚ ਆਵਾਂਗੇ ਤੇ ਸਾਡਾ ਮਨ ਉਹਨਾਂ ਵੱਲ ਦੇਖ ਕੇ, ਉਹਨਾਂ ਦੇ ਬਚਨਾਂ ਨੂੰ ਸੁਣ ਕੇ, ਉਹਨਾਂ ਦੀ ਸੰਗਤ ਕਰਕੇ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਜਾਏਗਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਸ ਮਨ ਨੂੰ ਮਨਾਉਣ ਦੇ ਲਈ ਵਾਰ-ਵਾਰ ਸਤ ਸੰਗਤ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਮਨ ਇਸ ਕਰਕੇ ਨਹੀਂ ਮੰਨਦਾ ਕਿ ਮਨ ਨੂੰ ਤੇ ਜਨਮ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਇਹ ਮਨ ਭਟਕਦਾ ਹੀ ਰਹਿੰਦਾ, ਟਿਕਦਾ ਹੀ ਨਹੀਂ ਹੈ। ਇਸ ਮਨ ਦੀ ਮੈਲ ਉਤਾਰਨ ਦੇ ਲਈ ਸਾਨੂੰ ਸਤ ਸੰਗਤ ਵਿੱਚ ਆ ਕੇ ਗੁਰੂ ਸ਼ਬਦ ਨਾਲ ਸਾਂਝ ਪਾਉਣੀ ਪਏਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੋਰਠ ਰਾਗ 'ਚ ਬੜੇ ਪਿਆਰੇ ਬਚਨ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ, ਸਭ ਕੁਸ਼ਲ ਖੇਮ ਪ੍ਰਭ ਧਾਰੇ, ਸਹੀ ਸਲਾਮ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਸਤਿਗੁਰੂ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ ਨੇ, ਰਾਮਦਾਸ ਸਰੋਵਰ ਦਾ ਅਰਥ ਹੈ ਸਤ ਸੰਗਤ, ਰਾਮ ਦੇ ਦਾਸਾਂ ਦਾ ਸਰੋਵਰ, ਸੰਤ ਸਰੋਵਰ। ਜਦੋਂ ਸਤ ਸੰਗਤ ਵਿੱਚ ਆਏ, ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ, ਸਾਹਿਬ ਜੀ ਕਹਿੰਦੇ ਨੇ ਸਭ ਕੁਸ਼ਲ ਖੇਮ ਪ੍ਰਭ ਧਾਰੇ, ਸਹੀ ਸਲਾਮ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਸਾਧ ਸੰਗਤ ਦੀ ਗੱਲ ਜਿੱਥੇ ਸਤਿਗੁਰੂ ਜੀ ਨੇ ਕੀਤੀ ਹੈ, ਉੱਥੇ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਮਨਾਉਣ ਦੇ ਲਈ ਕਹਿੰਦੇ ਨੇ ਕਿ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜੇ, ਫਿਰ ਸਾਧ ਸੰਗ ਮਲ ਲਾਥੀ। ਸਾਧ ਸੰਗਤ ਵਿੱਚ ਆ ਕੇ ਸਾਡੇ ਮਨ ਦੀ ਮੈਲ ਮਿਟ ਗਈ। ਹੁਣ ਜਿੱਧਰ ਦੇਖਦੇ ਪਾਰ ਬ੍ਰਹਮ ਭਇਓ ਸਾਥੀ, ਸਾਰੇ ਥਾਵਾਂ ਤੇ ਪਰਮਾਤਮਾ ਹੀ ਪਰਮਾਤਮਾ ਨਜ਼ਰ ਆ ਰਿਹਾ, ਉਹੀ ਸੰਗ ਸਾਥ ਨਜ਼ਰ ਆ ਰਿਹਾ। ਗੁਰਬਾਣੀ ਕਹਿੰਦੀ ਇਹ ਮਨ ਸੁੱਤਾ ਪਿਆ, ਇਸ ਮਨ ਨੂੰ ਜਗਾਵਾਂਗੇ ਤਾਂ ਇਹ ਮੰਨੇਗਾ, ਉਦਾਂ ਨਹੀਂ ਮੰਨੇਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਸਾਧ ਸੰਗ ਮਨ ਸੋਵਤ ਜਾਗੈ, ਤਬ ਪ੍ਰਭ ਹਰਿ ਪ੍ਰਭ ਮੀਠੇ ਲਾਗੇ। ਜਦੋਂ ਸਾਧ ਸੰਗਤ ਵਿੱਚ ਆ ਕੇ ਮਨ ਸੁੱਤਾ ਜਾਗਦਾ ਹੈ, ਉਦੋਂ ਇਹਨੂੰ ਨਾਮ ਮਿੱਠਾ ਲੱਗਦਾ ਹੈ, ਉਵੇਂ ਇਹਨੂੰ ਨਾਮ ਮਿੱਠਾ ਨਹੀਂ ਲੱਗਦਾ। ਗੁਰਬਾਣੀ ਵਿੱਚ ਵਾਰੰਵਾਰ ਸਾਧ ਸੰਗਤ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਿਲਾਵਲ ਰਾਗ 'ਚ ਬੜੇ ਪਿਆਰੇ ਬਚਨ ਕਿ ਸਾਧ ਸੰਗਤ ਵਿੱਚ ਆਉਣ ਦੀ ਵਡਿਆਈ ਕੀ ਹੈ। ਸਾਡਾ ਇਹ ਮਨ ਜਿਹੜਾ ਪਿਘਲੇ ਵਰਗਾ ਹੁੰਦਾ ਹੈ, ਭਾਵ ਜਿਹਨੂੰ ਕੰਮ ਬੜਾ ਔਖਾ ਲੱਗਦਾ ਹੈ, ਚੰਗੇ ਕੰਮ ਕਰਨੇ ਬੜੇ ਔਖੇ ਲੱਗਦੇ ਨੇ, ਬੁਰੇ ਕੰਮਾਂ ਲਈ ਇਹ ਬੜਾ ਉਦਮੀ ਬਣ ਜਾਂਦਾ। ਦੇਖੋ ਨਾ, ਕਦੀ ਮਾੜਾ ਕੰਮ ਕਰਨ ਲਈ ਮਨ ਨੇ ਨਹੀਂ ਕਿਹਾ ਕਿ ਔਖਾ ਹੈ, ਬੁਰਾਈਆਂ ਕਰਨ ਲਈ ਮਨ ਕਦੀ ਨਹੀਂ ਕਹਿੰਦਾ ਔਖਾ ਹੈ ਕੰਮ, ਹਾਲਾਂਕਿ ਸੌਖਾ ਹੋਵੇ ਨਹੀਂ। ਲੇਕਿਨ ਸੰਗਤ ਵਿੱਚ ਆਉਣਾ, ਪਰਮਾਤਮਾ ਦੇ ਪਿਆਰ 'ਚ ਜੁੜਨਾ, ਕੋਈ ਉੱਤਮ ਗੱਲ ਕਰਨੀ, ਇਹ ਮਨ ਨੂੰ ਔਖੀ ਲੱਗਦੀ ਹੈ। ਜਿਵੇਂ ਕੋਈ ਕਹੇ ਕਿ ਪਹਾੜੀ ਤੇ ਚੜ੍ਹਨਾ ਔਖਾ ਹੈ, ਕੋਈ ਪਿੰਗਲਾ ਕਹੇ ਕਿ ਪਹਾੜੀ ਤੇ ਮੈਂ ਚੜ੍ਹ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਸਾਧੂ ਸੰਗਤ ਦੀ ਵਡਿਆਈ ਇਹ ਹੈ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਹਿ ਚੀਤਾ। ਐ ਮੇਰੇ ਮਿੱਤਰ, ਸਾਧ ਸੰਗਤ ਦੀ ਇਹ ਮਹਿਮਾ ਹੈ ਕਿ ਸਾਧ ਸੰਗਤ ਚ ਆ ਕੇ ਮੈਲ ਮਿਟਦੀ ਹੈ, ਚਿੱਤ ਨਿਰਮਲ ਹੋ ਜਾਂਦਾ ਹੈ, ਕਰੋੜਾਂ ਪਾਪਾਂ ਦੀ ਜੋ ਮੈਲ ਹੈ ਉਹ ਮਿਟ ਜਾਂਦੀ ਹੈ। ਫਿਰ ਕੀ ਹੁੰਦਾ ਜਦੋਂ ਚਿੱਤ ਨਿਰਮਲ ਹੋ ਜਾਏ ਕਿ ਪਿੰਗਲ ਪਰਬਤ ਪਾਰ ਪਰੇ ਖਲ ਛਤਰ ਬਕੀਤਾ। ਸਾਡਾ ਇਹ ਮਨ ਜਿਹੜਾ ਪਿੰਗਲਾ ਨਹੀਂ ਬਣ ਗਿਆ, ਅਪੰਗ ਬਣ ਗਿਆ, ਜਿਹੜਾ ਕਹਿੰਦਾ ਜੀ ਰੱਬ ਵਾਲੇ ਬੰਨੇ ਲੱਗਣਾ ਬੜਾ ਔਖਾ ਹੈ, ਉਹ ਮੈਲ ਕਰਕੇ ਸੀ। ਜਿੰਨਾ ਚਿਰ ਅੰਦਰ ਮੈਲ ਹੈ ਉਹਨਾਂ ਚਿਰ ਮਨ ਕਮਜ਼ੋਰ ਰਹੇਗਾ, ਮਨ ਬੁਰੇ ਬੰਨੇ ਜਾਏਗਾ। ਜਦੋਂ ਮੈਲ ਮਿਟ ਗਈ, ਹੁਣ ਪਿੰਗਲ ਪਰਬਤ ਪਾਰ ਪਰੇ ਖਲ ਛਤਰ ਬਕੀਤਾ। ਇਹ ਸਾਡਾ ਪਿੰਗਲੇ ਵਰਗਾ ਮਨ ਜਿਹੜਾ ਹੈ ਨਾ, ਇਹ ਪਰਬਤ ਨੂੰ ਪਾਰ ਕਰਨ ਦੇ ਸਮਰੱਥ ਹੋ ਗਿਆ। ਇਹ ਮੂਰਖ ਜਿਹਾ ਮਨ ਜਿਹੜਾ ਇਹ ਸਿਆਣਾ ਬਣ ਗਿਆ, ਕਿਉਂਕਿ ਗੁਰੂ ਕੀ ਬਾਣੀ ਕਹਿੰਦੀ ਸਾਧ ਸੰਗਤ ਮਿਲ ਬੁੱਧ ਵਿਵੇਕ। ਸਾਧ ਸੰਗਤ ਵਿੱਚ ਆ ਕੇ ਮਨੁੱਖ ਨੂੰ ਵਿਵੇਕ ਮਤ ਮਿਲਦੀ ਹੈ, ਅਗਿਆਨਤਾ ਮਿਟਦੀ ਹੈ, ਦੁਰਮਤ ਮਿਟਦੀ ਹੈ, ਇੱਥੇ ਵਿਵੇਕ ਮਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਪਿੰਗਲ ਪਰਬਤ ਪਾਰ ਪਰੇ ਖਲ ਛਤਰ ਬਕੀਤਾ, ਖਲ ਮੈਣਾ ਮੂਰਖ।
ਸੰਗਤ ਵਿੱਚ ਆ ਕੇ ਸਾਡਾ ਮੂਰਖ ਮਨ ਸਿਆਣਾ ਬਣ ਗਿਆ। ਸੰਗਤ ਵਿੱਚ ਆ ਕੇ ਸਾਡੇ ਇਸ ਅੰਨੇ ਮਨ ਨੂੰ, ਜਿਹਨੂੰ ਆਪਣੇ ਘਰ ਤੋਂ ਬਾਹਰ ਹੋਰ ਕੁਝ ਨਜ਼ਰ ਨਹੀਂ ਸੀ ਆਉਂਦਾ, ਜਿਵੇਂ ਖੂਹ ਦਾ ਡੱਡੂ ਹੁੰਦਾ ਨਾ, ਉਹਨੂੰ ਖੂਹ ਤੋਂ ਬਾਹਰ ਕੁਝ ਨਹੀਂ ਨਜ਼ਰ ਆਉਂਦਾ, ਮਨੁੱਖ ਵੀ ਮਾਇਆ ਦੇ ਅੰਨੇ ਖੂਹ ਵਿੱਚ ਡਿੱਗ ਜਾਂਦਾ ਹੈ। ਉਹਨੂੰ ਆਪਣੇ ਤੋਂ ਬਾਹਰ, ਪਰਿਵਾਰ ਤੋਂ ਬਾਹਰ, ਆਪਣਿਆਂ ਤੋਂ ਬਾਹਰ ਕੁਝ ਨਹੀਂ ਨਜ਼ਰ ਆਉਂਦਾ। ਪਰ ਜਦੋਂ ਗੁਰੂ ਕੀ ਸੰਗਤ ਚ ਆਇਆ, ਫਿਰ ਅੰਨੇ ਮਨ ਨੂੰ ਤ੍ਰਿਭਵਨ ਸੂਝਿਆ, ਤਿੰਨਾਂ ਭਵਨਾਂ ਦੀ ਸੋਝੀ ਹੋ ਗਈ। ਇਹ ਬੜਾ ਸਿਆਣਾ ਹੋ ਗਿਆ, ਚਲਾਕ ਬਣ ਗਿਆ। ਇਹ ਸਾਡਾ ਕੀੜੀ ਵਰਗਾ ਮਨ ਜਿਹੜਾ ਸੀ, ਇਹਨੇ ਹੰਕਾਰ ਰੂਪੀ ਹਾਥੀ ਤੇ ਜਿੱਤ ਪ੍ਰਾਪਤ ਕਰ ਲਈ। ਇਹ ਸਤ ਸੰਗਤ ਦੀ ਵਡਿਆਈ ਹੈ। ਜਦੋਂ ਮਨ ਸਤ ਸੰਗਤ ਵਿੱਚ ਆ ਕੇ ਜਾਗਦਾ ਹੈ, ਉਦੋਂ ਇਹਨੂੰ ਨਾਮ ਮਿੱਠਾ ਲੱਗਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਧ ਸੰਗਤ ਦੀ ਵਡਿਆਈ ਕਰਦਿਆਂ ਬਚਨ ਕੇ ਸਾਧ ਕੇ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੇ ਸੋ ਗਿਆਨ। ਸਾਧ ਸੰਗਤ ਵਿੱਚ ਆ ਕੇ ਅਹੰਕਾਰ ਮਿਟਦਾ ਹੈ। ਸਾਧ ਸੰਗਤ ਵਿੱਚ ਆ ਕੇ ਮਨੁੱਖ ਨੂੰ ਗਿਆਨ ਪ੍ਰਗਟ ਹੁੰਦਾ ਹੈ, ਅੰਦਰੋਂ ਪ੍ਰਗਟ ਹੁੰਦਾ ਹੈ। ਗਿਆਨ ਬਾਹਰੋਂ ਨਹੀਂ ਮਿਲਦਾ। ਗਿਆਨ ਕਿਤੇ ਕਿਤਾਬਾਂ ਚੋਂ ਨਹੀਂ ਮਿਲਣਾ, ਗਿਆਨ ਯੂਨੀਵਰਸਿਟੀਆਂ ਚੋਂ ਨਹੀਂ ਮਿਲਣਾ। ਇਹ ਬਾਹਰਲਾ ਗਿਆਨ ਦੁਨਿਆਵੀ ਗਿਆਨ, ਜਾਣਕਾਰੀ ਹੈ। ਇਹ ਦੁਨੀਆ 'ਚ ਰਹਿੰਦਿਆਂ ਜ਼ਰੂਰੀ ਹੈ। ਇਸ ਤੋਂ ਬਿਨਾਂ ਵੀ ਜ਼ਿੰਦਗੀ ਜਿਹੜੀ ਹੈ ਆਪਾਂ ਦੇਖਦੇ ਹਾਂ, ਉਹ ਆਪਾਂ ਅੱਗੇ ਨਹੀਂ ਵੱਧ ਸਕਦੇ। ਪਰ ਇਹ ਜ਼ਰੂਰੀ ਨਹੀਂ ਕਿ ਇਕੱਲੇ ਯੂਨੀਵਰਸਿਟੀਆਂ ਵਾਲੇ ਅੱਗੇ ਵਧੇ ਨੇ। ਹੋਰ ਵੀ ਬੜੇ ਬੜੇ ਸਿਆਣੇ ਦਾਨੇ ਲੋਕ, ਜਿਨ੍ਹਾਂ ਨੂੰ ਰੱਬ ਨੇ ਬਖਸ਼ਿਸ਼ ਕੀਤੀ, ਗਿਆਨਵਾਨ ਹੋਏ ਨੇ। ਪਰ ਜਿਸ ਗਿਆਨ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ, ਉਹ ਗਿਆਨ ਮਨੁੱਖ ਦੇ ਅੰਦਰ ਹੈ। ਸਤਿਗੁਰੂ ਜੀ ਕਹਿੰਦੇ ਨੇ ਸਾਧਕ ਸੰਗ ਪ੍ਰਗਟੇ ਸੋ ਗਿਆਨ। ਸਾਧ ਸੰਗਤ ਵਿੱਚ ਆ ਕੇ ਗਿਆਨ ਪ੍ਰਗਟ ਹੁੰਦਾ ਹੈ। ਸਾਧ ਸੰਗਤ ਵਿੱਚ ਆ ਕੇ ਦੁਰਮਤ ਮਿਟਦੀ ਹੈ, ਹੰਕਾਰ ਮਿਟਦਾ ਹੈ। ਸਾਧ ਸੰਗਤ ਵਿੱਚ ਆ ਕੇ ਮਨੁੱਖ ਮਹਾਨ ਬਣਦਾ ਹੈ। ਗੁਰੂ ਕੀ ਬਾਣੀ ਕਹਿੰਦੀ ਸਾਧ ਸੰਗਤ ਵਿੱਚ ਆ ਕੇ ਮਨੁੱਖ ਜਿਹੜਾ ਇੰਨਾ ਮਹਾਨ ਬਣ ਜਾਂਦਾ ਕਿ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪ ਤੋ ਚੌਕੁੰਟ ਮਾਨੇ। ਜਿਹਨੂੰ ਕੋਈ ਜਾਣਦਾ ਨਹੀਂ ਨਾ, ਨਾਮ ਨਾਲ ਜੁੜ ਕੇ ਉਹ ਚੌਕੁੰਟਾਂ 'ਚ ਪਸਰ ਜਾਂਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਗੱਲ ਇਹ ਕਰਦੇ ਆ ਕਿ ਮੇਰਾ ਮਨ ਵਾਹਿਗੁਰੂ ਜੀ ਦੇ ਪਿਆਰ 'ਚ ਮੰਨ ਗਿਆ, ਪਰ ਮਨ ਮੰਨਿਆ ਕਿਵੇਂ? ਮਨ ਨੂੰ ਮਨਾਉਣ ਦੀ ਜੁਗਤ ਕੀ ਹੈ? ਤੇ ਜਦੋਂ ਮਨ ਮੰਨ ਜਾਏ, ਉਦੋਂ ਮਨੁੱਖ ਦੀ ਅਵਸਥਾ ਕੀ ਬਣਦੀ ਹੈ? ਜੋ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਨਾ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਆ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਅਬ ਮੋਰੋ ਠਾਕੁਰ ਸਿਉ ਮਨ ਮਾਨਾ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1220 ਤੇ 1210 ਤੇ ਸਾਰੰਗ ਰਾਗ ਵਿੱਚ ਹਨ। ਸਾਹਿਬ ਕਹਿੰਦੇ ਕਿ ਅਬ ਮੇਰੋ ਠਾਕੁਰ ਸਿਉ ਮਨ ਮਾਨਾ। ਭਈ ਹੁਣ ਮੇਰਾ ਮਨ, ਠਾਕੁਰ ਦਾ ਅਰਥ ਪਰਮਾਤਮਾ ਵਾਹਿਗੁਰੂ, ਸਮੁੱਚੀ ਮਾਨਵਤਾ ਦਾ ਜੋ ਮਾਲਕ ਸੁਆਮੀ ਹੈ, ਮੇਰਾ ਮਨ ਉਸ ਪ੍ਰਭੂ ਵਿੱਚ ਮੰਨ ਗਿਆ, ਪਤੀਜ ਗਿਆ, ਜਿਹਨੂੰ ਆਪਾਂ ਕਹਿੰਦੇ ਗਿੱਝ ਗਿਆ, ਲੀਨ ਹੋ ਗਿਆ। ਮਨ ਜਿੰਨਾ ਚਿਰ ਮੰਨੇ ਨਾ, ਉਹਨਾਂ ਚਿਰ ਇਸ ਨੂੰ ਰਸ ਨਹੀਂ ਆਏਗਾ। ਮਨ ਨੂੰ ਮਨਾਉਣ ਦਾ ਤਰੀਕਾ ਸਤਿਗੁਰੂ ਜੀ ਅੱਗੇ ਦੱਸਦੇ ਨੇ। ਜਿਹੜਾ ਮਨ ਮੰਨ ਜਾਏ, ਸਤਿਗੁਰੂ ਜੀ ਕਹਿੰਦੇ ਉਹਦੀ ਤਾਂ ਆਪਾਂ ਅਵਸਥਾ ਹੀ ਬਿਆਨ ਨਹੀਂ ਕਰ ਸਕਦੇ। ਗੁਰੂ ਕੇ ਪਵਿੱਤਰ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ। ਜਿਹਦਾ ਮਨ ਪਰਮਾਤਮਾ ਦੇ ਨਾਮ 'ਚ ਮੰਨ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਗਤ, ਉਹਦੀ ਅਵਸਥਾ ਕੋਈ ਬਿਆਨ ਨਹੀਂ ਕਰ ਸਕਦਾ, ਕੋਈ ਲਿਖ ਨਹੀਂ ਸਕਦਾ। ਤੇ ਜਿਹਦਾ ਮਨ ਮੰਨ ਜਾਂਦਾ ਹੈ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ, ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੇ ਠਾਕ ਨ ਸਾਥ ਨ ਜਾਏ, ਮੰਨੇ ਮਾਰਗ ਠਾਕ ਨ ਪਾਏ, ਮੰਨੇ ਮਗ ਨ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ। ਜਿੰਨਾ ਚਿਰ ਮਨੁੱਖ ਦਾ ਮਨ ਮੰਨਦਾ ਨਹੀਂ ਨਾ, ਉਹਨਾਂ ਚਿਰ ਉਹ ਧਰਮੀ ਨਹੀਂ ਗਿਣਿਆ ਜਾਣਾ। ਉਹਦਾ ਧਰਮ ਨਾਲ ਉਹਨਾਂ ਚਿਰ ਸੰਬੰਧ ਕੋਈ ਨਹੀਂ। ਇਹ ਬਾਹਰਲਾ ਲਿਬਾਸ, ਬਾਹਰਲੇ ਜਿਤਨੇ ਕਰਮ ਨੇ, ਇਹ ਧਰਮ ਦੇ ਨਾਲ ਰਿਲੇਟਡ ਜ਼ਰੂਰ ਨੇ,
ਪਰ ਜੇ ਕੱਲਾ ਮੱਥਾ ਹੀ ਟੇਕਿਆ, ਜੇ ਕੱਲਾ ਮੁਖ ਤੋਂ ਹੀ ਰੱਬ ਰੱਬ ਕੀਤਾ, ਮਨ ਮੰਨਿਆ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਜਦੋਂ ਮਨ ਮੰਨੇਗਾ ਉਦੋਂ ਧਰਮ ਨਾਲ ਸਾਡਾ ਸੰਬੰਧ ਬਣੇਗਾ। ਕੇਵਲ ਇਹ ਨਹੀਂ ਕਿ ਧਰਮ ਸਥਾਨ ਤੇ ਬੈਠ ਕੇ ਧਰਮੀ ਬਣ ਗਏ, ਜਾਂ ਕੋਈ ਖਾਸ ਲਿਬਾਸ ਕੱਪੜੇ ਪਾਇਆ ਧਰਮੀ ਬਣ ਗਏ, ਜਾਂ ਖਾਸ ਕਰਮ ਕਰ ਲਿਆ ਸੀ ਧਰਮੀ ਬਣ ਗਏ। ਸਤਿਗੁਰੂ ਜੀ ਕਹਿੰਦੇ ਨਹੀਂ, ਮੰਨੈ ਧਰਮ ਸੇਤੀ ਸੰਬੰਧ। ਜਿਹਦਾ ਮਨ ਮੰਨਦਾ ਉਹਦਾ ਧਰਮ ਦੇ ਨਾਲ ਸੰਬੰਧ ਬਣਦਾ। ਉਵੇਂ ਅਜੇ ਮਨ ਮੰਨਿਆ ਨਹੀਂ ਹੈ ਤੇ ਧਰਮ ਨਾਲ ਸੰਬੰਧ ਨਹੀਂ ਬਣਿਆ, ਅਸੀਂ ਧਰਮੀ ਬਣੇ ਨਹੀਂ। ਧਰਮ ਦਾ ਅਰਥ ਹੈ ਜ਼ਿੰਦਗੀ ਦਾ ਫਰਜ਼, ਜ਼ਿੰਦਗੀ ਦੀ ਡਿਊਟੀ। ਮਜਬ ਨੂੰ ਧਰਮ ਨਹੀਂ ਕਿਹਾ ਜਾਂਦਾ। ਜ਼ਿਆਦਾਤਰ ਮਜਬਾਂ ਨੂੰ ਲੋਕਾਂ ਨੇ ਧਰਮ ਕਹਿਣਾ ਸ਼ੁਰੂ ਕਰ ਦਿੱਤਾ। ਧਰਮ ਸਮੁੱਚੀ ਮਾਨਵਤਾ ਦਾ ਇੱਕੋ ਹੈ। ਉਹ ਕੋਈ ਇਹ ਨਹੀਂ ਕਿ ਹਿੰਦੂ ਦਾ ਹੋਰ ਹੈ, ਮੁਸਲਮਾਨ ਦਾ ਹੋਰ ਹੈ, ਖੱਤਰੀ ਦਾ ਹੋਰ ਹੈ, ਬ੍ਰਾਹਮਣ ਦਾ ਹੋਰ ਹੈ, ਨਹੀਂ। ਸਮੁੱਚੀ ਮਾਨਵਤਾ ਦਾ ਇੱਕੋ ਹੀ ਧਰਮ ਹੈ। वह सर्व धर्म है श्रेष्ठ धर्म, हर को नाम जप निर्मल कर। परमात्मा के प्यार विच जुड़ के उत्तम कर्म करने, ये जिंदगी का धर्म है। हुण किसी ने पाया धार्मिक लिबास होए, कर्म करे नीवे, उन्होंने आपां धर्मी कहांगे, आपां ये तो पखंडी है, ये तो अडंबर करदा। किसी मनुख ने वो रहिंदा बाहरों धर्म स्थान ते होवे, धर्म ग्रंथ भी पढ़दा होवे, पर कर्म उहदे नीवे होण, ਅਸੀਂ ਕਹਾਂਗੇ ਧਰਮੀ ਨਹੀਂ ਹੈ, ਇਹ ਤੇ ਅਡੰਬਰ ਹੀ ਹੈ, ਦਿਖਾਵਾ ਹੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕਿਸੇ ਦਾ ਮਨ ਮੰਨ ਜਾਏ ਉਦੋਂ ਧਰਮ ਦੇ ਨਾਲ ਉਹਦਾ ਸੰਬੰਧ ਬਣਦਾ ਹੈ। ਇਹ ਗੁਰੂ ਬਾਬਾ ਜੀ ਕਹਿੰਦੇ ਅਬ ਮੋਰੂ ਠਾਕਰ ਸਿਉ ਮਨ ਮੰਨਾ, ਭਈ ਹੁਣ ਮੇਰਾ ਮਨ ਉਸ ਠਾਕੁਰ ਨਾਲ, ਪਰਮਾਤਮਾ ਨਾਲ ਮੰਨ ਗਿਆ, ਪਤੀਜ ਗਿਆ। ਸਾਧ ਕਿਰਪਾਲ ਦਿਆਲ ਭਏ ਹੈ, ਇਹ ਛੇਦਿਓ ਦੁਸ਼ਟ ਬੇਗਾਨਾ। ਸਾਧ ਕਿਰਪਾਲ ਦਿਆਲ ਪਏ ਹੈ। ਸਾਧ ਅਰਥ ਸਾਧੂ ਜਨ, ਸਤ ਸੰਗੀ ਜਨ, ਗੁਰਮੁਖ ਜਨ, ਰੱਬ ਦੇ ਪਿਆਰੇ ਜਿਨ੍ਹਾਂ ਨੂੰ ਮਹਾਂਪੁਰਖ ਕਹਿ ਲਈਏ। ਗੁਰਮਤਿ ਨੇ ਸਾਨੂੰ ਸਤ ਸੰਗਤ ਵਿੱਚ ਆ ਕੇ ਸਾਧੂ ਜਨਾਂ ਦੀ ਸੰਗਤ ਕਰਨ ਦੀ ਗੱਲ ਕਹੀ ਹੈ। ਸਾਧ ਕਿਰਪਾਲ ਦਿਆਲ ਪਏ ਹੈ। ਜਦੋਂ ਸਾਧ ਸੰਗਤ ਵਿੱਚ ਆਏ ਤੇ ਸਾਧੂ ਜਨ ਦਿਆਲੂ ਹੋ ਗਏ, ਦਇਆ ਦੇ ਘਰ ਚ ਆਏ। ਗੁਰਬਾਣੀ ਦਾ ਇੱਕ ਪਾਵਨ ਬਚਨ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕਹਿ, ਹਰ ਨਾਮਾ ਹੈ ਮੀਠਾ। ਜਦੋਂ ਸਤ ਸੰਗਤ ਵਿੱਚ ਆਏ, ਸਤਿਪੁਰਖਾਂ ਦੀ ਦਇਆ ਦ੍ਰਿਸ਼ਟੀ ਮਿਲੀ, ਨਾਮ ਮਿੱਠਾ ਲੱਗਣ ਲੱਗ ਪਿਆ। ਫਿਰ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ। ਨਾਨਕ ਦੇ ਉੱਪਰ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਕਿ ਹੁਣ ਮੈਂ ਜਿੱਧਰ ਦੇਖਦਾ ਉਧਰ ਹੀ ਪ੍ਰਮਾਤਮਾ ਨਜ਼ਰ ਆਉਂਦਾ। ਪਰ ਕਦੋਂ? ਜਦੋਂ ਸਾਧ ਸੰਗਤ ਪ੍ਰਸੰਨ ਹੋ ਗਈ। ਸਤਿਗੁਰੂ ਜੀ ਕਹਿੰਦੇ ਮਨ ਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਸਾਧ ਸੰਗਤ। ਜਿੱਥੇ ਸਤਿਗੁਰੂ ਜੀ ਕਹਿੰਦੇ ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ, ਖੇਦ ਕਰੈ अर बहुत संता में आयो शरण तुहारे, कर कर हार्यो अनक बहु भांति, छोड़े कतहु नाही, एक बात सुनता की ओटा, साध संगत मिट जाही। मैनू एक पता लगा कि साध संगत विच आके इन्हां पंजां विकारां तो खैड़ा छुड़ सकदा। मन साध संगत विच आके मन सकदा, काबू आ सकदा, इन्हां दे गिरफ्त चों, इन्हां दी कैद चों मुक्त हो सकदा। ਸਾਹਿਬ ਜੀ ਕਹਿੰਦੇ ਸਾਧ ਸੰਗ ਮਲ ਲਾਖੀ। ਸਾਧ ਸੰਗਤ ਵਿੱਚ ਆ ਕੇ ਮੈਲ ਮਿਟੀ, ਸਾਧ ਸੰਗਤ ਵਿੱਚ ਆ ਕੇ ਬੁੱਧ ਵਿਵੇਕ ਪ੍ਰਾਪਤ ਹੋਈ, ਸਾਧ ਸੰਗਤ ਵਿੱਚ ਆ ਕੇ ਧਰਮ ਦੇ ਨਾਲ ਸੰਬੰਧ ਬਣ ਗਿਆ। ਹੁਣ ਸਾਧ ਕਿਰਪਾਲ ਦਿਆਲ ਭਏ ਹੈ। ਭਈ ਜਦੋਂ ਸਾਧੂ ਜਨ ਮੇਰੇ ਤੇ ਦਇਆ ਦੇ ਘਰ ਚ ਆਏ, ਕਿਰਪਾਲੂ ਹੋ ਗਏ। ਇਹ ਛੇਦਿਓ ਦੁਸ਼ਟ ਬੇਗਾਨਾ। ਛੇਦ ਕਹਿੰਦੇ ਨੇ ਛੇਕ ਨੂੰ, ਤੇ ਛੇਦਣ ਦਾ ਅਰਥ ਹੁੰਦਾ ਕਿਸੇ ਚੀਜ਼ ਛੇਕ ਕਰ ਦੇਣਾ, ਕਿਸੇ ਚੀਜ਼ ਨੂੰ ਐਵੇਂ ਕਹਿ ਲੋ ਖਤਮ ਕਰ ਦੇਣਾ, ਬਰਬਾਦ ਕਰ ਦੇਣਾ, ਕਮਜ਼ੋਰ ਕਰ ਦੇਣਾ। ਛੇਦਿਓ ਦੁਸ਼ਟ ਬੇਗਾਨਾ। ਦੁਸ਼ਟ ਮੈਣਾ ਇਹ ਜਿਹੜਾ ਬੜਾ ਭੈੜਾ ਹੈ, ਦੁਸ਼ਟ ਹੈ। ਬੇਗਾਨਾ, ਬੇਗਾਨਾ ਦਾ ਅਰਥ ਹੁੰਦਾ ਹੈ ਓਪਰਾ, ਜਿਹੜਾ ਆਪਣਾ ਨਾ ਹੋਵੇ, ਬੇਗਾਨਾਪਨ, ਓਪਰਾਪਨ। ਸਾਹਿਬ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ, ਸਾਧ ਸੰਗਤ ਵਿੱਚ ਆ ਕੇ
ਸਤ ਸੰਗਤ ਦੀ ਕਿਰਪਾ ਨਾਲ ਆਪਣੇ ਮਨ ਵਿੱਚੋਂ ਛੇਦਿਓ ਦੁਸ਼ਟ ਬੇਗਾਨਾ। ਉਹ ਜਿਹੜਾ ਬੇਗਾਨਾਪਨ ਸੀ ਨਾ, ਓਪਰਾਪਨ, ਦਵੈਤ ਵਾਲੀ ਗੱਲ ਕਿ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਬੰਨੇ ਮਨ ਲੱਗਾ ਹੋਇਆ, ਇਹਨੂੰ ਰੱਬ ਬੇਗਾਨਾ ਜਿਹਾ ਲੱਗਦਾ ਹੈ, ਇਹਨੂੰ ਆ ਰੱਬ ਆਪਣਾ ਲੱਗਦਾ ਹੀ ਨਹੀਂ। ਗੁਰਬਾਣੀ ਕਹਿੰਦੀ ਹੈ, ਛੋੜ ਜਾਏ ਸੇ ਕਰਹਿ ਪ੍ਰਾਲ, ਕਾਮ ਨਾ ਆਵੇ ਸੇ ਜੰਜਾਲ, ਜੋ ਬਹਿਰਾਈ ਸੇ ਮੀਤ ਸੰਗ ਸਹਾਈ, ਸੋ ਆਵੇ ਨਾ ਚੀਤ। ਜੋ ਇਹਦਾ ਸੰਗੀ ਸਾਥੀ ਉਹ ਤੇ ਇਹਨੂੰ ਚੇਤੇ ਨਹੀਂ ਆਉਂਦਾ, ਉਹ ਇਹਨੂੰ ਬੇਗਾਨਾ ਲੱਗਦਾ ਹੈ। ਰੱਬ ਸਾਨੂੰ ਬੇਗਾਨਾ ਲੱਗਦਾ ਹੈ, ਸਾਨੂੰ ਆਪਣਾ ਪਰਿਵਾਰ ਆਪਣਾ ਲੱਗਦਾ ਹੈ, ਸਾਨੂੰ ਕਾਰੋਬਾਰ ਆਪਣਾ ਲੱਗਦਾ ਹੈ, ਸਾਨੂੰ ਘਰ ਆਪਣਾ ਲੱਗਦਾ ਹੈ। ਗੁਰੂ ਕੀ ਬਾਣੀ ਦਾ ਇੱਕ ਬਚਨ ਹੈ ਕਿ ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਮਨੁੱਖ ਨੂੰ ਸਭ ਕੁਝ ਆਪਣਾ ਲੱਗਦਾ ਹੈ, ਪਰ ਰੱਬ ਬੇਗਾਨਾ ਲੱਗਦਾ ਹੈ। ਇਹ ਜਿਹੜਾ ਅੰਦਰ ਬੇਗਾਨਾਪਣ ਹੈ, ਰੱਬ ਨਾਲੋਂ ਓਪਰਾਪਣ, ਕਿ ਰੱਬ ਦੇ ਨਾਲ ਸਾਡੀ ਸਾਂਝ ਨਹੀਂ ਹੈ, ਰੱਬ ਦੇ ਨਾਲ ਸਾਡਾ ਕੋਈ ਹਿੱਤ ਨਹੀਂ ਹੈ। ਜਿਸ ਰੱਬ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਜਿਸ ਰੱਬ ਨੇ ਸਾਡੇ ਤੇ ਕਿਰਪਾ ਦ੍ਰਿਸ਼ਟ ਕੀਤੀ ਹੈ, ਉਹ ਰੱਬ ਹੀ ਸਾਨੂੰ ਬੇਗਾਨਾ ਲੱਗਣ ਲੱਗ ਪਿਆ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ, ਉਦੋਂ ਸਾਡਾ ਬੇਗਾਨਾਪਨ ਖਤਮ ਹੋ ਗਿਆ, ਉਦੋਂ ਸਾਨੂੰ ਰੱਬ ਆਪਣਾ ਲੱਗਣ ਲੱਗ ਪਿਆ। ਬੇਗਾਨੇ ਦਾ ਅਰਥ ਹੁੰਦਾ ਹੈ ਓਪਰਾਪਨ। ਬੇਗਾਨੇ ਦਾ ਅਰਥ ਆਪਾਂ ਇਹ ਵੀ ਕਹਿੰਦੇ ਇਹ ਆਪਣਾ ਹੈ, ਇਹ ਦੂਸਰਾ ਹੈ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਹੁਣ ਤੇ ਕੋਈ ਵੀ ਬੇਗਾਨਾ ਨਜ਼ਰ ਨਹੀਂ ਆਉਂਦਾ। ਜਦੋਂ ਪ੍ਰਮਾਤਮਾ ਆਪਣਾ ਬਣ ਗਿਆ, ਫਿਰ ਸਾਰੀ ਦੁਨੀਆ ਆਪਣੀ ਨਜ਼ਰ ਆਉਣ ਲੱਗ ਪਈ। ਜਿੰਨਾ ਚਿਰ ਪ੍ਰਮਾਤਮਾ ਨਾਲ ਸਾਂਝ ਨਹੀਂ ਹੈ, ਪ੍ਰਮਾਤਮਾ ਬੇਗਾਨਾ ਨਜ਼ਰ ਆਉਂਦਾ ਹੈ, ਉਦੋਂ ਹੀ ਦੁਨੀਆ ਸਾਨੂੰ ਕੋ ਆਪਣਾ ਕੋ ਬੇਗਾਨਾ ਨਜ਼ਰ ਆਉਂਦਾ ਹੈ, ਕੋ ਮਿੱਤਰ ਕੋ ਵੈਰੀ ਨਜ਼ਰ ਆਉਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ, ਸਾਧ ਕਿਰਪਾਲ ਦਿਆਲ ਭਏ ਹੈ। ਸਾਧ ਜਨ ਦਇਆ ਦੇ ਘਰ ਚ ਆਏ, ਕਿਰਪਾ ਦੇ ਘਰ ਚ ਆਏ। ਇਹ ਛੇਦਿਓ ਦੁਸ਼ਟ ਬੇਗਾਨਾ, ਤੇ ਮੈਂ ਸਤ ਸੰਗਤ ਦੀ ਦਇਆ ਦ੍ਰਿਸ਼ਟੀ ਸਦਕਾ ਆਪਣੇ ਅੰਦਰੋਂ ਇਹ ਬੇਗਾਨਾਪਣ ਖਤਮ ਕਰ ਲਿਆ। ਇਹ ਜਿਹੜਾ ਦੁਸ਼ਟ ਸੁਭਾਅ ਸੀ ਨਾ ਮਨ ਦਾ, ਜਿਹਦੇ ਕਰਕੇ ਰੱਬ ਬੇਗਾਨਾ ਲੱਗਦਾ ਸੀ, ਰੱਬ ਨਾਲ ਪਿਆਰ ਨਹੀਂ ਸੀ ਬਣਦਾ, ਉਹ ਮਨ ਦਾ ਇਹ ਦੁਸ਼ਟ ਸੁਭਾਅ ਬੇਗਾਨੇਪਣ ਵਾਲਾ ਖਤਮ ਕਰ। ਹੁਣ ਮਨ ਜਿਹੜਾ ਰੱਬ ਵਾਲੇ ਬੰਨੇ ਭਤੀਜ ਗਿਆ। ਪਹਿਲਾਂ ਮਨ ਜੁੜਦਾ ਹੀ ਨਹੀਂ ਸੀ ਰੱਬ ਵਾਲੇ ਬੰਨੇ, ਵਾਰ-ਵਾਰ ਇੱਧਰੋਂ ਭਟਕਦਾ ਸੀ, ਇਹਨੂੰ ਰੱਬ ਬੇਗਾਨਾ ਲੱਗਦਾ ਸੀ, ਬੁਰਾ ਲੱਗਦਾ ਸੀ, ਹੋਰ ਦੁਨੀਆ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀ। ਪਰ ਹੁਣ ਹੋਇਆ ਕਿ ਸਾਧ ਕੇ ਸੰਗ ਲਗੇ ਪ੍ਰਭ ਮੀਠਾ। ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਮਿੱਠੇ ਲੱਗਣ ਲੱਗ ਪਏ, ਪਿਆਰੇ ਲੱਗਣ ਲੱਗ ਪਏ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੇ ਹਰ ਨਾਮਾ ਹੈ ਮੀਠਾ। ਹੁਣ ਸਤ ਸੰਗਤ ਦੀ ਦਇਆ ਦ੍ਰਿਸ਼ਟੀ ਹੋਈ ਤੇ ਨਾਮ ਮਿੱਠਾ ਲੱਗਣ ਲੱਗ ਪਿਆ, ਉਹ ਬੇਗਾਨਾਪਨ ਖਤਮ ਹੋ ਗਿਆ। ਇਹ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਉਹ ਅੰਦਰੋਂ ਬੇਗਾਨਾਪਨ ਮੁੱਕ ਗਿਆ, ਹੁਣ ਆਪਾਂ ਕੀ ਦੇਖਦੇ ਆਸੇ ਪਾਸੇ? तुम ही सुंदर तुम्हें सियाने, तुम ही सुगड़ सुजाना। जिन्ना चिर मनुख दे मन विच बेगानापन सी, उन्ना चिर मनुख कहंदा मैं ही सियाना, हूँ बंदों हूँ साधों बैर, हमरी भूम कौन काले पैर, हूँ पंडित हूँ सतर सियाना, करने हार ना बुझे बेगाना। ਉਹਨਾਂ ਚਿਰ ਬੰਦਾ ਕਹਿੰਦਾ ਸੀ ਕਿ ਮੈਂ ਬੜਾ ਬਲਵਾਨ ਹਾਂ, ਮੈਂ ਬੰਨ ਕੇ ਰੱਖ ਦੇਵਾਂਗਾ, ਮੈਂ ਸਿੱਧਿਆਂ ਕਰ ਦੇਵਾਂਗਾ, ਇਹ ਧਰਤੀ ਮੇਰੀ ਹੈ, ਕੌਣ ਪੈਰ ਰੱਖ ਸਕਦਾ ਹੈ, ਮੈਂ ਪੰਡਤ ਹਾਂ, ਮੈਂ ਸਿਆਣਾ ਹਾਂ, ਮੈਂ ਵਿਦਵਾਨ ਹਾਂ, ਮੈਂ ਚੌਧਰੀ ਹਾਂ, ਬਹੁਤ ਕੁਝ ਕਰਦਾ ਸੀ ਉਹਨਾਂ ਚਿਰ। ਉਹਨਾਂ ਚਿਰ ਕਰਨੇ ਹਾਰ ਨਾ ਬੁਝੈ ਬੇਗਾਨਾ। ਉਹਨਾਂ ਚਿਰ ਇਹਨੂੰ ਪ੍ਰਮਾਤਮਾ ਨਜ਼ਰ ਨਹੀਂ ਸੀ ਆਉਂਦਾ, ਪ੍ਰਮਾਤਮਾ ਬੇਗਾਨਾ ਨਜ਼ਰ ਆਉਂਦਾ ਸੀ, ਪ੍ਰਮਾਤਮਾ ਓਪਰਾ ਨਜ਼ਰ ਆਉਂਦਾ ਸੀ। ਪਰ ਜਦੋਂ ਹੁਣ ਸਤ ਸੰਗਤ ਵਿੱਚ ਆਏ, ਬੇਗਾਨਾਪਨ ਮਿਟ ਗਿਆ, ਤੇ ਹੁਣ ਜਿੱਧਰ ਦੇਖਦੇ ਹਾਂ ਤੁਮ ਹੀ ਸੁੰਦਰ ਤੁਮੈ ਸਿਆਣੇ। ਹੁਣ ਜੀਵ ਕਹਿੰਦਾ ਪ੍ਰਮਾਤਮਾ ਤੁਸੀਂ ਹੀ ਸਭ ਤੋਂ ਸੁੰਦਰ ਹੋ, ਤੁਸੀਂ ਹੀ ਸਭ ਤੋਂ ਸਿਆਣੇ ਹੋ। ਪਹਿਲਾਂ ਕਹਿੰਦਾ ਸੀ ਮੈਂ ਸੋਹਣਾ ਹਾਂ, ਇਹ ਚੀਜ਼ ਸੋਹਣੀ ਹੈ, ਲੇਕਿਨ ਹੁਣ ਕਹਿੰਦਾ ਪ੍ਰਮਾਤਮਾ ਜੀ ਤੁਸੀਂ ਸੋਹਣੇ ਹੋ, ਤੁਸੀਂ ਸਿਆਣੇ ਹੋ। ਤੁਮ ਹੀ ਸੁਗੜ ਸੁਜਾਨਾ, ਕਿ ਵਾਹਿਗੁਰੂ ਜੀ ਤੁਸੀਂ ਸਾਰਿਆਂ ਤੋਂ ਉੱਤਮ ਦਾਨੇ ਹੋ, ਸੁਗੜ ਹੋ, ਹਰ ਤਰੀਕੇ ਦੇ ਨਾਲ ਸਿਆਣੇ ਹੋ। ਸਗਲ ਜੋਗ ਅਰ ਗਿਆਨ ਧਿਆਨ ਇੱਕ ਨਿਮਖ ਨਾ ਕੀਮਤ ਜਾਣਾ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਜਦੋਂ ਹੁਣ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇ ਨਾ, ਬਿਗਾਨਾਪਣ ਮੁੱਕ ਗਿਆ। ਹੁਣ ਇੱਕ ਗੱਲ ਨਜ਼ਰ ਆਈ ਕਿ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜੋ ਸੁੱਖ ਮਿਲਦਾ ਹੈ, ਪ੍ਰਮਾਤਮਾ ਨਾਲ ਪਿਆਰ ਪਾਇਆ ਜੋ ਆਨੰਦ ਮਿਲਦਾ ਹੈ, ਉਹ ਕਿਸੇ ਜੋਗ ਵਿੱਚ ਨਹੀਂ ਹੈ, ਉਹ ਕਿਸੇ ਦੁਨਿਆਵੀ ਗਿਆਨ ਵਿੱਚ ਨਹੀਂ ਹੈ, ਉਹ ਕਿਸੇ ਧਿਆਨ ਵਿੱਚ ਨਹੀਂ ਹੈ। ਇਹ ਦੁਨੀਆ ਦਾ ਜੋਗ ਕਰਨ ਵਾਲੇ ਇੱਕ ਤਿਲ ਜਿੰਨੀ ਪ੍ਰਮਾਤਮਾ ਦੀ ਕੀਮਤ ਨਹੀਂ ਜਾਣ ਸਕਦੇ। ਆਪਾਂ ਰੋਜ਼ ਗੁਰੂ ਕੇ ਬਚਨ ਪੜ੍ਹਦੇ ਹਾਂ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸੁਰਤ ਜੋੜਨ ਵਾਲਿਆਂ ਨੇ ਸੁਰਤੀਆਂ ਜੋੜ ਜੋੜ ਕੇ, ਧਿਆਨ ਜੋੜ ਜੋੜ ਕੇ ਯਤਨ ਕਰ ਲਏ ਕਿ ਰੱਬ ਦਾ ਕੋਈ ਪਾਰਾਵਾਰ ਪਾ ਲਈਏ। ਕੀਮਤ ਪਾਉਣ ਵਾਲਿਆਂ ਨੇ, ਜਿਵੇਂ ਦੁਨਿਆਵੀ ਤੌਰ ਤੇ ਨਹੀਂ ਆਪਾਂ ਵੈਲਿਊ ਕੱਢਦੇ ਕਿਸੇ ਚੀਜ਼ ਦੀ, ਕਿਸੇ ਧਰਤੀ ਦੀ, ਕਿਸੇ ਜ਼ਮੀਨ ਦੀ, ਕਿਸੇ ਪਲਾਟ ਦੀ, ਕਿਸੇ ਪ੍ਰਾਪਰਟੀ ਦੀ ਵੈਲਿਊ ਕੱਢਦੇ ਨੇ ਲੋਕ, ਵੈਲੂਏਸ਼ਨ ਵਾਲੇ। ਇਵੇਂ ਰੱਬ ਦੀ ਵੀ ਵੈਲਿਊ ਕੱਢਣ ਵਾਲੇ ਹੈਗੇ ਨੇ ਲੋਕ ਕਿ ਇੰਨੇ ਪਾਠ ਕਰ ਲੋ ਤੇ ਰੱਬ ਮਿਲ ਜਾਏਗਾ, ਇੰਨੇ ਤੀਰਥ ਨਹਾ ਲੋ ਤੇ ਰੱਬ ਮਿਲ ਜਾਏਗਾ, ਇੰਨੇ ਦਾਨ ਪੁੰਨ ਕਰ ਲੋ ਤੇ। ਇਹ ਹੈ ਵੈਲਿਊ ਕੱਢਣ ਵਾਲਿਆਂ ਦੀ ਗੱਲ ਕਿ ਰੱਬ ਦੀ ਵੈਲਿਊ ਇੰਨੇ ਪਾਠ ਹੀ ਹੈ, ਰੱਬ ਦੀ ਵੈਲਿਊ ਇੰਨੇ ਰੁਪਈਏ ਹੀ ਹੈ। ਗੁਰਬਾਣੀ ਕਹਿੰਦੀ ਰੱਬ ਦੀ ਵੈਲਿਊ ਕੋਈ ਨਹੀਂ ਪਾ ਸਕਦਾ। ਕੰਚਨ ਸਿਉ ਪਾਈਏ ਨਹੀਂ ਤੋਰ, ਦੁਨੀਆ ਦੇ ਧਨ ਦੌਲਤ ਦੇ ਨਾਲ ਰੱਬ ਦੀ ਵੈਲਿਊ ਪਾਈ ਨਹੀਂ ਜਾ ਸਕਦੀ। ਸਤਿਗੁਰੂ ਸਾਹਿਬ ਜੀ ਕਹਿੰਦੇ ਧਨ ਦੌਲਤ ਦੀ ਗੱਲ ਤਾਂ ਕਿਤੇ ਹੈ, ਵੱਡੇ ਵੱਡੇ ਕੀਮਤ ਪਾਉਣ ਵਾਲਿਆਂ ਨੇ ਯਤਨ ਕਰ ਲਿਆ, ਵੱਡੇ ਵੱਡੇ ਗਿਆਨਵਾਨਾਂ ਨੇ ਯਤਨ ਕਰ ਲਿਆ ਕਿ ਰੱਬ ਦੀ ਕੋਈ ਕੀਮਤ ਪਾ ਲਈਏ, ਰੱਬ ਦਾ ਕੋਈ ਪਾਰਾਵਾਰ ਪਾ ਲਈਏ। ਧਿਆਨ ਜੋੜਨ ਵਾਲਿਆਂ ਨੇ ਵੀ ਕਸਰ ਨਾ ਛੱਡੀ, ਕਈ ਕਈ ਘੰਟੇ, ਕਈ ਕਈ ਦਿਨ, ਕਈ ਕਈ ਮਹੀਨੇ ਧਿਆਨ ਜੋੜ ਜੋੜ ਕੇ ਲੋਕ ਬੈਠੇ ਰਹੇ। ਪਰ ਸਤਿਗੁਰੂ ਜੀ ਕਹਿੰਦੇ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇੱਕ ਤਿਲ ਜਿੰਨੀ ਵਡਿਆਈ ਪਰਮਾਤਮਾ ਜੀ ਦੀ ਉਹ ਬਿਆਨ ਨਾ ਕਰ ਸਕੇ। ਗੁਰੂ ਸਾਹਿਬ ਜੀ ਕਹਿੰਦੇ ਜਿੰਨਾ ਮਰਜ਼ੀ ਕਰ ਲੈਣ। ਸੁਖਮਨੀ ਸਾਹਿਬ ਜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਬਚਨ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਿਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ। ਸਤਿਗੁਰੂ ਜੀ ਕਹਿੰਦੇ ਜਿੰਨੇ ਮਰਜ਼ੀ ਕੋਈ ਜਾਪ ਕਰ ਲਏ, ਤਪ ਕਰ ਲਏ, ਜੋਗੀਆਂ ਵਾਲੇ ਸਾਧਨ ਕਰ ਲਏ, ਸਭ ਕੁਝ ਛੱਡ ਕੇ ਜੰਗਲਾਂ 'ਚ ਫਿਰਦਾ ਰਹੇ, ਹੋਰ ਵੀ ਜੋ ਕੁਝ ਕਰ ਸਕਦਾ ਕਰ ਲਏ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਵਾਹਿਗੁਰੂ ਜੀ ਦੇ ਨਾਮ ਦੇ ਤੁਲ ਕੋਈ ਚੀਜ਼ ਨਹੀਂ ਹੈ। ਵਾਹਿਗੁਰੂ ਜੀ ਦੇ ਨਾਮ ਸਿਮਰਨ ਤੋਂ ਜੋ ਆਨੰਦ ਮਿਲਦਾ ਹੈ, ਜੋ ਸੁੱਖ ਮਿਲਦਾ ਹੈ, ਜੋ ਵਡਿਆਈ ਮਿਲਦੀ ਹੈ, ਸਤਿਗੁਰੂ ਜੀ ਕਹਿੰਦੇ ਉਹਦੇ ਤੁਲ ਕੋਈ ਚੀਜ਼ ਨਹੀਂ। ਸਿਰਫ ਇਹ ਹੈ ਕਿ ਮਨ ਜਾਗ ਕੇ ਪ੍ਰਮਾਤਮਾ ਦੇ ਪਿਆਰ ਨਾਲ ਜੁੜਿਆ। ਗੁਰੂ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਜਿੱਥੇ ਸਤਿਗੁਰੂ ਜੀ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ, ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨ ਜਾ ਤਾਰੇ, ਜਾ ਕੇ ਨਿਕਟ ਨ ਆਵੇ ਕੋਈ, ਸਗਲ ਸ੍ਰਿਸ਼ਟ ਹੁਆ ਕੇ ਚਰਨ ਮਲ ਧੋਈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਸ ਬੰਦੇ ਨੂੰ ਨੀਚ ਕਹਿ ਕੇ ਕਿ ਨੀਵਾਂ ਹੈ, ਗਰੀਬ ਹੈ, ਕੋਈ ਜਾਣਦਾ ਹੀ ਨਹੀਂ ਹੈ, ਉਹ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜੇ ਤੇ ਚੌਂ ਕੁੰਟਾਂ 'ਚ ਉਹ ਪਸਰ ਜਾਂਦਾ ਹੈ। ਜਿਹਦੇ ਨੇੜੇ ਬੈਠ ਕੇ ਕੋਈ ਰਾਜੀ ਨਹੀਂ ਹੈ, ਜੇ ਉਹ ਪ੍ਰਮਾਤਮਾ ਦੇ ਪਿਆਰ ਜੁੜ ਜੇ ਤੇ ਦੁਨੀਆ ਉਹਦੇ ਫਿਰ ਚਰਨ ਧੋਣ ਲੱਗ ਪੈਂਦੀ ਹੈ। ਪਰ ਇਹ ਕਦੋਂ ਹੁੰਦਾ ਹੈ? ਜਦੋਂ ਸਾਧ ਸੰਗ ਮਨ ਸੋਵਤ ਜਾਗੈ, ਤਬ ਹਰ ਪ੍ਰਭ ਨਾਨਕ ਮੀਠੈ ਲਾਗੈ। ਸਾਧ ਸੰਗਤ ਵਿੱਚ ਆ ਕੇ ਸਾਡਾ ਸੁੱਤਿਆ ਹੋਇਆ ਮਨ ਜਾਗ ਪਏ, ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਮੁਖ ਤੋਂ ਨਾਮ ਜਪਦੇ ਆ, ਮਿੱਠਾ ਭਾਗਾਂ ਵਾਲਿਆਂ ਨੂੰ ਲੱਗਦਾ ਹੈ। ਜਦੋਂ ਮਿੱਠਾ ਲੱਗਣ ਲੱਗ ਜਾਏ ਫਿਰ ਤੇ ਛੱਡਣੋਂ ਜੀ ਨਹੀਂ ਕਰਦਾ, ਫਿਰ ਤੇ ਹਰ ਵੇਲੇ ਬੰਦਾ ਮੁਖ ਤੋਂ ਨਾਮ ਹੀ ਜਪੇ ਤਾਂ ਵੀ ਨਾਮ ਅੰਦਰ ਚੱਲਦਾ ਹੀ ਰਹਿੰਦਾ, ਨਾਮ ਦੇ ਵਿੱਚ ਸੁਰਤ ਜੁੜੀ ਰਹਿੰਦੀ। ਗੁਰੂ ਬਾਬਾ ਜੀ ਕਹਿੰਦੇ ਸਤ ਸੰਗਤ ਵਿੱਚ ਆ ਕੇ ਮਨ ਜਾਗ ਪਿਆ, ਸਾਧ ਸੰਗਤ ਵਿੱਚ ਆ ਕੇ ਬੁੱਧ ਵਿਵੇਕ ਹੋ ਗਈ, ਸਾਧ ਸੰਗਤ ਵਿੱਚ ਆ ਕੇ ਅਭਿਮਾਨ ਮਿਟ ਗਿਆ, ਸਾਧ ਸੰਗਤ ਆ ਕੇ ਗਿਆਨ ਪ੍ਰਗਟ ਹੋ ਗਿਆ, ਸਾਧ ਸੰਗਤ ਵਿੱਚ ਆ ਕੇ ਮੈਲ ਲੱਥ ਗਈ। ਫਿਰ ਕੀ ਹੋਇਆ? ਇੱਕੋ ਗੱਲ ਨਜ਼ਰ ਆਈ ਕਿ ਤੁਮ ਹੀ ਸੁੰਦਰ ਤੁਮੈ ਸਿਆਣੇ, ਤੁਮ ਹੀ ਸੁਗੜ ਸੁਜਾਨਾ।
कि वाहिगुरु जी तुसी ही सारियां तो ज्यादा सुंदर हो, सुगड़ हो, सुजान हो। सगल जोग अर ज्ञान ध्यान एक निमख न कीमत जाना। वाहिगुरु जी जिन्ने जोग साधना करने वाले ने ਜਾਂ जिन्हें ਗਿਆਨਵਾਨ ਲੋਕ ਧਰਤੀ ਤੇ ਫਿਰਦੇ ਨੇ, ਜਾਂ ਜਿन्हें ਉਹ ਲੋਕ ਜਿਨ੍ਹਾਂ ਨੇ ਸੁਰਤ ਟਿਕਾਈ ਹੈ, ਧਿਆਨ ਜੋੜੀ ਬੈਠੇ ਨੇ, ਉਹ ਇੱਕ ਨਿਮਖ ਜਿੰਨੀ ਤੁਹਾਡੀ ਕੀਮਤ ਨਹੀਂ ਜਾਣ ਸਕਦੇ। ਇੱਕ ਨਿਮਖ ਭਰ ਸਮੇਂ ਲਈ ਵੀ ਉਹ ਤੁਹਾਡੀ ਵਡਿਆਈ ਨੂੰ ਸਮਝ ਨਹੀਂ ਸਕਦੇ। ਭਾਵ ਕਿ ਜੇ ਵਾਹਿਗੁਰੂ ਜੀ ਦੀ ਵਡਿਆਈ ਨੂੰ ਜਾਣਨਾ ਹੈ, ਵਾਹਿਗੁਰੂ ਜੀ ਦੇ ਪਿਆਰ ਜੁੜਨਾ ਹੈ, ਤੇ ਫਿਰ ਇੱਕੋ ਇੱਕ ਤਰੀਕਾ ਸਾਧ ਸੰਗਤ, ਮਨ ਨੂੰ ਪਰਮਾਤਮਾ ਦੇ ਪਿਆਰ ਚ ਜੋੜਨਾ ਹੈ। ਤੇ ਸਤਿਗੁਰੂ ਜੀ ਕਹਿੰਦੇ ਕਿਸੇ ਜੋਗ ਰਾਹੀਂ ਨਹੀਂ ਜੁੜੇਗਾ, ਕਿਸੇ ਧਿਆਨ ਰਾਹੀਂ ਨਹੀਂ ਜੁੜੇਗਾ, ਕਿਸੇ ਗਿਆਨ ਰਾਹੀਂ ਨਹੀਂ ਜੁੜਾ। ਇਹ ਤਾਂ ਇੱਕ ਨਿਮਖ ਭਰ ਵੀ ਕੀਮਤ ਨਹੀਂ ਜਾਣਦੇ ਜੁੜਨ ਦੀ, ਇਹਨਾਂ ਨੂੰ ਪਤਾ ਹੀ ਨਹੀਂ। ਮਨ ਨੂੰ ਜੋੜਨ ਦਾ ਇਹ ਤਰੀਕਾ ਨਹੀਂ ਹੈ ਕਿ ਇਹ ਆਸਣ ਲਗਾ ਕੇ ਬੈਠ ਜਾਓ, ਇੱਥੇ ਕੁਝ ਜੇ ਸੁੱਤ ਟਿਕਾ ਲਓ। ਅਸੀਂ ਵੀ ਲੋਕਾਂ ਦੀ ਦੇਖਾ ਦੇਖੀ ਇਹੋ ਜਿਹੀਆਂ ਗੱਲਾਂ ਕਰਦੇ ਸੁਣਦੇ ਹਾਂ। ਇੱਥੇ ਸੁੱਤ ਟਿਕਾਓ ਮਨ ਜੁੜੇਗਾ, ਇਹ ਸ਼ਬਦ ਪੜ੍ਹੀ ਜਾਓ ਮਨ ਜੁੜੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇੱਕੋ ਇੱਕ ਥਾਂ ਹੈ ਮਨ ਨੂੰ ਜੋੜਨ ਦਾ, ਜਗਾਉਣ ਦਾ, ਉਹ ਹੈ ਸਾਧ ਸੰਗਤ। ਸਾਧ ਸੰਗਤ ਬਿਨਾਂ ਇਹ ਜੋਗ ਵਾਲੇ, ਇਹ ਗਿਆਨ ਧਿਆਨ ਵਾਲੇ ਜਾਂ ਹੋਰ ਜਿਹੜੇ ਨੇ, ਉਹ ਇੱਕ ਨਿਮਖ ਭਰ ਸਮੇਂ ਲਈ ਵੀ ਪ੍ਰਮਾਤਮਾ ਦੇ ਪਿਆਰ ਜੋੜ ਨਹੀਂ ਸਕਦੇ। ਤੁਮ ਹੀ ਨਾਇਕ ਤੁਮਹਿ ਛਤਰਪਤ, ਤੁਮ ਪੂਰ ਰਹੇ ਭਗਵਾਨਾ। ਹੁਣ ਤੇ ਇੱਕੋ ਇੱਕ ਗੱਲ ਨਜ਼ਰ ਆਈ ਜਦੋਂ ਮਨ ਜਾਗ ਪਿਆ, ਜਦੋਂ ਮਨ ਮੰਨ ਗਿਆ ਕਿ ਪਰਮਾਤਮਾ ਹੀ ਸਾਰਿਆਂ ਦਾ ਸੁਆਮੀ ਹੈ, ਨਾਇਕ। ਨਾਇਕ ਦਾ ਅਰਥ ਹੁੰਦਾ ਹੈ ਮਾਲਕ ਜਾਂ ਸੁਆਮੀ ਜਾਂ ਆਗੂ। ਵਾਹਿਗੁਰੂ ਜੀ ਤੁਸੀਂ ਹੀ ਸਾਡੇ ਨਾਇਕ ਹੋ, ਤੁਮਹਿ ਛਤਰਪਤ, ਤੁਸੀਂ ਹੀ ਸਾਰੇ ਜਗਤ ਦੇ ਛਤਰਪਤੀ ਹੋ। ਛਤਰਪਤੀ ਜਿਹਦੇ ਸਿਰ ਤੇ ਛਤਰ ਝੁਲਦਾ ਹੋਏ, ਰਾਜੇ ਮਹਾਰਾਜੇ ਜਿਹੜੇ ਸਨ ਉਹਨਾਂ ਦੇ ਸਿਰ ਤੇ ਛਤਰ ਝੁਲਦੇ ਨੇ। ਤੇ ਇੱਥੇ ਛਤਰਪਤਰ ਦਾ ਅਰਥ ਹੈ ਕਿ ਤੁਸੀਂ ਹੀ ਛਤਰਪਤੀ ਹੋ, ਜਗਤ ਦੇ ਮਾਲਕ, ਜਗਤ ਦੇ ਰਾਜੇ ਤੁਸੀਂ ਹੋ। ਆ ਜਿਹੜੇ ਧਰਤੀ ਤੇ ਆਏ ਨੇ ਝੂਠੇ ਨੇ, ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਪਰਮਾਤਮਾ ਵਰਗਾ ਰਾਜਾ ਕੋਈ ਨਹੀਂ, ਉਹ ਤੇ ਰਾਜਨ ਦਾ ਰਾਜਾ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ ਪਰਮਾਤਮਾ। ਇਸ ਕਰਕੇ ਜਦੋਂ ਸਤ ਸੰਗਤ ਵਿੱਚ ਆਏ, ਮਨ ਜਾਗਿਆ, ਉਦੋਂ ਪਤਾ ਲੱਗਾ ਤੁਮ ਹੀ ਨਾਇਕ, ਕਿ ਵਾਹਿਗੁਰੂ ਜੀ ਤੁਸੀਂ ਹੀ ਸਾਡੇ ਮਾਲਕ ਹੋ, ਆਗੂ ਹੋ। ਗੁਰਬਾਣੀ ਦੇ ਬਚਨ ਪੜ੍ਹਦੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ। ਤੁਮਰੇ ਧਾਰੇ ਜਿਹਵਾ ਏਕ, ਗਮਨ ਗੁਣ ਕਈਐ ਬੇਸ਼ੁਮਾਰ। ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ। ਇਹ ਵਾਹਿਗੁਰੂ ਜੀ ਤੁਹਾਡੇ ਗੁਣਾਂ ਦਾ ਅੰਤ ਹੀ ਨਹੀਂ ਪਾ ਸਕਦੇ। ਸਾਡੀ ਜਿਹਵਾ ਇੱਕ ਹੈ, ਤੁਹਾਡੇ ਗੁਣ ਬੇਅੰਤ ਨੇ। ਇਹ ਵਾਹਿਗੁਰੂ ਜੀ ਤੁਸੀਂ ਸਾਡੇ ਦਾਤੇ ਹੋ, ਤੁਸੀਂ ਸਾਡੇ ਠਾਕੁਰ ਹੋ, ਤੁਸੀਂ ਸਾਡੇ ਪ੍ਰਤਪਾਲਕ ਹੋ, ਤੁਸੀਂ ਸਾਡੇ ਨਾਇਕ ਹੋ, ਤੁਸੀਂ ਸਾਡੇ ਖਸਮ ਹੋ। ਤੁਸੀਂ ਨਿਮਖ ਨਿਮਖ ਭਰ ਸਮੇਂ ਲਈ ਸਾਡੀ ਪ੍ਰਤਪਾਲਨਾ ਕਰਦੇ ਹੋ, ਔਰ ਤੁਸੀਂ ਸਾਰੇ ਜੀਵਾਂ ਨੂੰ ਆਪ ਹੀ ਸਾਜਿਆ ਸਵਾਰਿਆ ਹੈ। ਤੁਹਾਡੇ ਗੁਣਾਂ ਦਾ ਤੇ ਅੰਤ ਹੀ ਨਹੀਂ ਪਾ ਸਕਦੇ। ਸਤ ਸੰਗਤ ਵਿੱਚ ਆਏ, ਪਤਾ ਲੱਗਿਆ ਕਿ ਤੁਮ ਹੀ ਨਾਇਕ ਤੁਮਹਿ ਛਤਰਪਤ, ਤੁਸੀਂ ਸਾਡੇ ਨਾਇਕ ਹੋ, ਆਗੂ ਹੋ ਜੀ। ਤੁਸੀਂ ਹੀ ਸਾਰੀ ਧਰਤੀ ਦੇ ਛਤਰਪਤੀ ਰਾਜੇ ਹੋ ਜੀ। ਤੁਮ ਪੂਰ ਰਹੇ ਭਗਵਾਨਾ। ਇਹ ਵਾਹਿਗੁਰੂ ਜੀ ਜਦੋਂ ਸਤ ਸੰਗਤ ਵਿੱਚ ਆਏ, ਉਦੋਂ ਪਤਾ ਲੱਗਾ ਤੁਸੀਂ ਸਾਰੇ ਥਾਵਾਂ ਤੇ ਹੋ, ਸਾਰੇ ਥਾਵਾਂ ਤੇ ਤੁਹਾਡੇ ਦੀਦਾਰ ਹੋ ਗਏ। ਪਰ ਕਦੋਂ ਹੋਏ? ਜਦੋਂ ਸਤ ਸੰਗਤ ਵਿੱਚ ਆਏ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਕਿਹਾ ਨਾ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸਭ ਮੈਂ ਰਵ ਰਹਿਓ ਪ੍ਰਭ ਏਕੋ, ਪੇਖ ਪੇਖ ਨਾਨਕ ਬਿਗਸਾਈ। ਸਤਿਗੁਰੂ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ, ਦਵੈਤ ਭਾਵ ਮਿਟ ਗਿਆ। ਹੁਣ ਸਾਰਿਆਂ ਚੋਂ ਪਰਮਾਤਮਾ ਹੀ ਨਜ਼ਰ ਆਇਆ। ਤੇ ਸਤਿਗੁਰੂ ਜੀ ਕਹਿੰਦੇ ਇੱਕ ਗੱਲ ਨਜ਼ਰ ਆਈ ਕਿ ਸਾਰਿਆਂ ਚ ਉਹੀ ਰਮਿਆ ਹੋਇਆ ਹੈ। ਉਹਨੂੰ ਦੇਖ ਦੇਖ ਕੇ ਮਨ ਬਿਗਸ ਰਿਹਾ, ਮਨ ਪ੍ਰਸੰਨ ਹੋ ਰਿਹਾ, ਖੁਸ਼ ਹੋ ਰਿਹਾ। ਪੇਖ ਪੇਖ ਨਾਨਕ ਬਿਗਸਾਈ। ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਤੁਸੀਂ ਸਾਰੇ ਥਾਵਾਂ ਤੇ ਰਮੇ ਹੋ, ਤੁਸੀਂ ਛਤਰਪਤੀ ਹੋ, ਤੁਸੀਂ ਮਾਲਕ ਹੋ।
ਇਹ ਗਿਆਨ ਪ੍ਰਾਪਤ ਹੋਇਆ ਸਤ ਸੰਗਤ ਵਿੱਚ ਆ ਕੇ, ਕਿਉਂਕਿ ਜਿੰਨਾ ਚਿਰ ਮਨ ਦੇ ਵਿੱਚ ਬੇਗਾਨਾਪਣ ਹੈ ਉਹਨਾਂ ਚਿਰ ਮਨੁੱਖ ਨੂੰ ਰੱਬ ਦਾ ਪਤਾ ਨਹੀਂ ਲੱਗੇਗਾ। ਸਾਡਾ ਮਨ ਇਸੇ ਕਰਕੇ ਰੱਬ ਵਾਲੇ ਬੰਨੇ ਜੁੜਦਾ ਨਹੀਂ, ਕਿਉਂਕਿ ਅੰਦਰ ਦਵੈਤ ਹੈ, ਅੰਦਰ ਆਪਣੀ ਪਰਾਈ ਦੀ ਗੱਲ ਹੈ। ਗੁਰੂ ਅਰਜਨ ਦੇਵ ਜੀ ਦਾ ਇੱਕ ਪਵਿੱਤਰ ਬਚਨ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਜਦੋਂ ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਸਮਝ ਲਿਆ, ਅਸੀਂ ਸਾਰਿਆਂ ਦੇ ਮਿੱਤਰ ਬਣ ਗਏ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਾ। ਉਹ ਜਿਹੜਾ ਮਨ ਦੇ ਵਿੱਚ ਸੀ ਨਾ ਬੇਗਾਨਾਪਣ, ਮਨ ਦੇ ਵਿੱਚ ਜਿਹੜਾ ਬਿਰਹਾ ਸੀ, ਦੁੱਖ ਸੀ, ਉਹ ਦੂਰ ਹੋ ਗਿਆ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਦੋਂ ਉਸ ਪ੍ਰਮਾਤਮਾ ਨੇ ਮੇਲ ਕਰ ਲਿਆ ਸਾਡੇ ਨਾਲ। ਜਦੋਂ ਮਨ ਚੋਂ ਦਵੈਤ ਮਿਟੇਗੀ, ਜਿੰਨਾ ਚਿਰ ਦੁਬਦਾ ਵਿੱਚ ਆ ਉਹਨਾਂ ਚਿਰ ਪ੍ਰਮਾਤਮਾ ਨਾਲ ਨਹੀਂ ਜੁੜ ਸਕਦੇ। ਗੁਰੂ ਕੀ ਬਾਣੀ ਨੇ ਇੱਕ ਬਚਨ ਕਿਹਾ ਹੈ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਰੁੱਤ ਹੂੰ ਰੁੱਤ ਹੋਏ। ਅਸੀਂ ਕੋਈ ਬੀਜ ਬੀਜਦੇ ਆ ਤੇ ਜੇ ਉਹ ਬੀਜ ਇੱਕ ਹੋਏਗਾ ਤਾਂ ਹੀ ਉਗੇਗਾ ਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਅਬ ਕਿਉਂ ਉਗਵੈ ਦਾਲ। ਹੁਣ ਉਸ ਬੀਜ ਨੂੰ ਦੁਫਾੜ ਕਰ ਲਈਏ, ਜਿਵੇਂ ਕਹਿ ਲੋ ਕਿ ਛੋਲਿਆਂ ਦਾ ਦਾਣਾ ਉਹਦੀ ਦਾਲ ਬਣਾ ਲਈਏ, ਦਾਲ ਨੇ ਥੋੜਾ ਉਗਣਾ, ਉੱਤੇ ਸਾਬਤ ਹੋਏਗਾ ਤਾਂ ਉਗੇਗਾ। ਕੋਈ ਵੀ ਬੀਜ ਹੈ, ਭਾਵੇਂ ਉਹ ਦਾਲਾਂ ਦਾ ਹੈ ਜਾਂ ਕੋਈ ਵੀ ਹੈ, ਉਹ ਸਾਬਤ ਹੋਏਗਾ ਤੇ ਤਾਂ ਹੀ ਉਗੇਗਾ। ਪਰ ਜੇ ਉਹ ਦੁਫਾੜ ਹੋ ਗਿਆ, ਟੋਟੇ ਟੋਟੇ ਹੋ ਗਿਆ, ਖੇਰੂ ਖੇਰੂ ਹੋ ਗਿਆ, ਫਿਰ ਨਹੀਂ ਉਗੇਗਾ। ਅਬ ਕਿਉਂ ਉਗਵੇ ਦਾਲ, ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ। ਜੇ ਬੀਜ ਇੱਕ ਹੋਏਗਾ, ਰੁੱਤ ਠੀਕ ਹੋਏਗੀ ਤਾਂ ਉਗੇਗਾ। ਹੁਣ ਮਨ ਤੇ ਸਾਡਾ ਦੁਬਦਾ ਚ ਭੱਜਾ ਫਿਰਦਾ ਹੈ ਹਰ ਵੇਲੇ। ਮੁਖ ਤੋਂ ਭਾਵੇਂ ਅਸੀਂ ਪਰਮਾਤਮਾ ਨੂੰ ਹੀ ਯਾਦ ਕਰਦੇ ਹਾਂ, ਮੁਖ ਤੋਂ ਭਾਵੇਂ ਅਸੀਂ ਧਰਮ ਗ੍ਰੰਥ ਹੀ ਪੜ੍ਹਦੇ, ਬਾਹਰੋਂ ਭਾਵੇਂ ਅਸੀਂ ਧਰਮ ਦਾ ਲਿਬਾਸ ਵੀ ਪਾਇਆ, ਪਰ ਮਨ ਤਾਂ ਕਦੀ ਇੱਧਰ ਤੁਰਿਆ ਫਿਰਦਾ। ਮਸਲਾ ਤੇ ਮਨ ਦਾ ਸੀ, ਮਨ ਨਹੀਂ ਜੁੜਿਆ ਤੇ ਕੇਵਲ ਬਾਹਰੋਂ ਅਡੰਬਰ ਕਰਨ ਦੇ ਨਾਲ ਕੋਈ ਅਸੀਂ ਭਗਤ ਜਾਂ ਸੰਤ ਥੋੜ੍ਹਾ ਬਣ ਜਾਵਾਂਗੇ। ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਗੱਲ ਕਹੀ ਹੈ ਕਿ ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਐ ਹਾਰੇ। ਬਾਹਰੋਂ ਬੜੇ ਨਿਰਮਲ ਜਾਂ ਧਾਰਮਿਕ ਬਣ ਗਏ ਆਪਾਂ, ਪਰ ਅੰਦਰ ਅਜੇ ਮੈਲ ਹੈ, ਅੰਦਰ ਅਜੇ ਦੁਬਦਾ ਹੈ, ਅੰਦਰ ਅਜੇ ਭਟਕਣਾ ਹੈ। ਜਿੰਨਾ ਚਿਰ ਦੁਬਦਾ ਹੈ, ਜਿੰਨਾ ਚਿਰ ਦੁਰਮਤ ਹੈ, ਉਹਨਾਂ ਚਿਰ ਮਨ ਕਦੀ ਨਹੀਂ ਟਿਕੇਗਾ। ਜਿੰਨਾ ਮਰਜੀ ਅਸੀਂ ਯਤਨ ਕਰ ਲਈਏ, ਉਹ ਧਾਰਮਿਕ ਜਦੋਂ ਹੋਏ ਕੁਝ ਵੀ ਹੋਏ ਨਹੀਂ ਟਿਕੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੀ ਕਿ ਦੁਬਦਾ ਕਰਕੇ ਅਸੀਂ ਭਟਕ ਰਹੇ ਹਾਂ, ਉਹ ਦੁਬਦਾ ਤੇ ਦੁਰਮਤ ਕਰਕੇ ਅਸੀਂ ਦੁਖੀ ਹਾਂ। ਜਦੋਂ ਸਤ ਸੰਗਤ ਵਿੱਚ ਆਏ, ਗੁਰਮਤ ਗ੍ਰਹਿਣ ਕੀਤੀ, ਅੰਦਰੋਂ ਦੁਬਦਾ ਮਿਟ ਗਈ, ਅੰਦਰੋਂ ਬੇਗਾਨਾਪਣ ਖਤਮ ਹੋ ਗਿਆ, ਦਵੈਤਪਣ ਖਤਮ ਹੋ ਗਿਆ। ਹੁਣ ਪ੍ਰਮਾਤਮਾ ਦੇ ਪਿਆਰ 'ਚ ਜੁੜ ਗਿਆ ਮਨ। ਭਾਈ ਸਾਹਿਬ ਜੀ ਦੇ ਬਚਨ ਕਿ ਜਿਵੇਂ ਪਵਨ ਗਮਨ ਜੈਸੇ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਜਿਵੇਂ ਹਵਾ ਕਰਕੇ ਪਤੰਗ ਉੱਡਦੀ ਹੈ, ਹਵਾ ਤੋਂ ਬਿਨਾਂ ਨਹੀਂ ਉੱਡੇਗੀ। ਜਿਵੇਂ ਸੋਨਾ ਖੋਟਾ ਹੈ ਤਾਂ ਕੁਠਾਲੀ 'ਚ ਹਿਲਜੁਲ ਕਰਦਾ ਹੈ, ਖੋਟ ਮਿਟ ਜਾਏ ਤੇ ਫਿਰ ਹਿਲਜੁਲ ਨਹੀਂ ਕਰਦਾ। ਜਿਵੇਂ ਬੱਚਿਆਂ ਦੀ ਖੇਡ ਹੁੰਦੀ ਹੈ, ਇੱਕ ਲਾਟੂ, ਉਹਨੂੰ ਰੱਸੀ ਬੱਧੀ ਹੁੰਦੀ ਹੈ, ਉਹ ਰੱਸੀ ਨੂੰ ਵੱਟ ਚਾੜੀਦਾ, ਉਹ ਵੱਟ ਦੇ ਆਸਰੇ ਉਹ ਲਾਟੂ ਘੁੰਮਦਾ, ਪਰ ਜਦੋਂ ਵੱਟ ਦਾ ਅਸਰ ਲੱਥ ਜਾਏ ਫਿਰ ਨਹੀਂ ਘੁੰਮਦਾ। ਭਾਈ ਗੁਰਦਾਸ ਜੀ ਕਹਿੰਦੇ ਬਿਲਕੁਲ ਇਸ ਤਰ੍ਹਾਂ ਦੁਰਮਤ ਦੁਬਦਾ ਭਰਮਤ ਹੈ ਚਤੁਰਕੁੰਟ, ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਦੁਰਮਤ ਕਰਕੇ ਦੁਬਦਾ ਕਰਕੇ ਸਾਡਾ ਮਨ ਸਾਰੇ ਪਾਸੇ ਭੱਜਾ ਫਿਰਦਾ ਹੈ, ਪਰ ਜਦੋਂ ਗੁਰਮਤ ਵਸ ਗਈ, ਅੰਦਰ ਗਿਆਨ ਵਸ ਗਿਆ, ਫਿਰ ਇਹ ਭੱਜੇਗਾ ਨਹੀਂ। ਕਿਉਂ ਗੁਰਮਤ ਮਿਲਦੀ ਹੈ ਸਤ ਸੰਗਤ ਵਿੱਚ ਆ ਕੇ। ਜਿੱਥੇ ਉੱਤਮ ਸੰਗਤ ਉੱਤਮ ਬਣਾ ਦਿੰਦੀ ਹੈ, ਉੱਥੇ ਗੁਰਬਾਣੀ ਕਹਿੰਦੀ ਕਿ ਸਾਧਕ ਸੰਗ ਪ੍ਰਗਟੇ ਸੋ ਗਿਆਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਗਿਆਨ ਪ੍ਰਾਪਤ ਹੋ ਗਿਆ, ਫਿਰ ਜਿੱਧਰ ਨਜ਼ਰ ਮਾਰਦੇ ਇੱਕ ਭਗਵਾਨ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਤੇ ਸਾਹਿਬ ਕਹਿੰਦੇ ਮੈਂ ਅਰਦਾਸ ਕਰਦਾ ਵਾਹਿਗੁਰੂ ਜੀ ਦੇ ਚਰਨਾਂ 'ਚ ਕਿ ਪਾਵੋ ਦਾਨ ਸੰਤ ਸੇਵਾ ਹਰ, ਨਾਨਕ ਸਦ ਕੁਰਬਾਨਾ। हे ਵਾਹਿਗੁਰੂ ਜੀਓ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਤੁਹਾਡੇ ਦਰ ਤੋਂ ਇੱਕ ਦਾਨ ਮੰਗਦਾ ਹਾਂ। ਉਹ ਦਾਨ ਕੀ ਕਿ ਮੈਨੂੰ ਸੰਤ ਸੇਵਾ ਬਖਸ਼ ਦਿਓ, ਸਤ ਸੰਗਤ ਦੀ ਸੇਵਾ ਬਖਸ਼ ਦਿਓ, ਮਹਾਂਪੁਰਖਾਂ ਦੀ ਸੇਵਾ ਬਖਸ਼ ਦਿਓ।
ਸੰਤ ਦੀ ਜਦੋਂ ਗੱਲ ਹੈ ਨਾ, ਗੁਰਬਾਣੀ ਵਿੱਚ ਬਹੁਤ ਵਡਿਆਈ ਕੀਤੀ ਸੰਤਾਂ ਦੀ ਸੰਗਤ ਵਿੱਚ ਬੈਠਣ ਦੀ ਪ੍ਰੇਰਣਾ ਵੀ ਕੀਤੀ ਹੈ। ਪਰ ਭੇਖੀਆਂ ਤੋਂ ਬਚਣ ਦੇ ਲਈ ਵੀ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਹੈ। ਹਰ ਕੇ ਸੰਤ ਜਨਾਂ ਦੀ ਸੰਗਤ ਵਿੱਚ ਬੈਠਣ ਦੀ ਗੱਲ ਕਹੀ ਹੈ। ਉਹਨਾਂ ਦੀ ਸੰਗਤ ਜਿਹੜੇ ਆਪ ਪਰਮਾਤਮਾ ਦੇ ਪਿਆਰ ਜੁੜੇ ਨੇ ਤੇ ਜਿਹੜੇ ਪਰਮਾਤਮਾ ਦੇ ਪਿਆਰ 'ਚ ਹੀ ਜੋੜਨ। ਜ਼ਿਆਦਾਤਰ ਅਸੀਂ ਪਤਾ ਕਿੱਥੇ ਜਾ ਕੇ ਜ਼ਿਆਦਾ ਰੌਣਕ ਦੇਖਦੇ ਹਾਂ। ਉਹ ਫਲਾਣੇ ਬਾਬਾ ਜੀ ਕੋ ਗਏ, ਉਹਨੇ ਅਰਦਾਸ ਕੀਤੀ, ਸਾਡਾ ਕਾਰੋਬਾਰ ਬੜਾ ਚੱਲ ਪਿਆ, ਜਾਂ ਫਲਾਣੇ ਨੇ ਇਹ ਅਸੀਸ ਦਿੱਤੀ ਸੀ, ਸਾਡਾ ਆਹ ਕੰਮ ਬੜਾ ਸੋਹਣਾ ਹੋ ਗਿਆ। ਅਸੀਂ ਉਹ ਹਰ ਕੀ ਨਹੀਂ ਗੱਲ ਰਹਿ ਜਾਂਦੀ। ਜਿੱਥੇ ਦੁਨੀਆ ਵਿੱਚ ਆ ਕੇ ਵੜ ਗਈ ਉਹ ਹਰ ਕੀ ਗੱਲ ਨਹੀਂ ਰਹਿ ਜਾਂਦੀ। ਜੇ ਮਹਾਂਪੁਰਖ ਅਰਦਾਸ ਕਰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਸਾਡੇ ਕਾਰੋਬਾਰ ਚੱਲ ਜਾਂਦੇ ਨੇ। ਤੇ ਅਸੀਂ ਇਹ ਕਿਆ ਕਰੀਏ ਕਿ ਸਾਡੀ ਅਰਦਾਸ ਕਰੋ, ਅਸੀਂ ਵਾਹਿਗੁਰੂ ਜੀ ਦੇ ਪਿਆਰ 'ਚ ਹੀ ਜੁੜ ਜਾਈਏ, ਪਰਮਾਤਮਾ ਹੀ ਮਿਲ ਜੇ ਸਾਨੂੰ। ਹੁਣ ਪਰਮਾਤਮਾ ਮਿਲ ਗਿਆ ਤੇ ਅਰਦਾਸਾਂ ਕਰਨ ਦੀ ਲੋੜ ਹੀ ਨਹੀਂ ਹੈ। ਜਿਹਦੇ ਘਰ 'ਚ ਪਰਮਾਤਮਾ ਆ ਗਿਆ ਉੱਥੇ ਕਮੀ ਕਾਦੀ ਰਹੇਗੀ। ਜਾਕਾ ਮੀਤ ਸਾਜਨ ਹੈ ਸਮੀਆਂ ਤੇ ਜਨ ਕੋ ਕਉ ਕਾਕੀ ਕਰਮੀ। ਰੱਬ ਦੇ ਜਿਹੜੇ ਸੰਤ ਨੇ, ਹਰ ਕੇ ਜਿਹੜੇ ਸੰਤ ਨੇ, ਉਹ ਜੋੜਦੇ ਹੀ ਹਰੀ ਦੇ ਨਾਲ ਨੇ, ਉਹ ਗੱਲ ਹੀ ਹਰੀ ਦੀ ਕਰਦੇ। ਤੇ ਜੇ ਕੋਈ ਹਰੀ ਤੋਂ ਬਿਨਾਂ ਹੋਰ ਕੋਈ ਗੱਲ ਕਰਦਾ ਹੈ, ਬਾਹਰੋਂ ਲਿਬਾਸ ਦਿਖਾਵਾ ਹਰੀ ਦੇ ਸੰਤਾਂ ਵਾਲਾ ਹੈ। ਤੇ ਸਤਿਗੁਰੂ ਜੀ ਕਹਿੰਦੇ ਗੱਲ ਚੇਤੇ ਰੱਖੋ, ਹਰ ਕੇ ਸੰਤਨ ਆਖੀਏ ਬਨਾਰਸ ਕੇ ਠੱਗ। ਤੇ ਸਤਿਗੁਰੂ ਜੀ ਨੇ ਸਾਨੂੰ ਅਜਿਹੇ ਭੇਖੀਆਂ ਤੋਂ ਬਚਣ ਦੀ ਗੱਲ ਕਹੀ। ਸਾਨੂੰ ਸਤਿਗੁਰੂ ਜੀ ਨੇ ਸਤਿਪੁਰਖਾਂ ਦੀ ਸੰਗਤ ਵਿੱਚ ਬੈਠਣ ਦੀ ਗੱਲ ਕਹੀ, ਜਿਹੜੇ ਆਪ ਸੱਚ ਵਿੱਚ ਲਿਵਲੀਨ ਨੇ, ਜਿਹੜੇ ਆਪ ਨਾਮ ਜਪਦੇ ਨੇ, ਜਿਹੜੇ ਆਪ ਪਰਮਾਤਮਾ ਦੇ ਭਰੋਸੇ 'ਚ ਵਿਚਰਦੇ ਨੇ, ਜਿਹੜੇ ਦੂਜਿਆਂ ਦੇ ਅੰਦਰ ਵੀ ਪਰਮਾਤਮਾ ਦਾ ਪਿਆਰ ਹੀ ਪੈਦਾ ਕਰਦੇ ਨੇ। ਉਹਨਾਂ ਦੇ ਦਰਸ਼ਨਾਂ ਦੀ ਗੱਲ ਸਤਿਗੁਰੂ ਜੀ ਨੇ ਵਾਰ-ਵਾਰ ਕੀਤੀ। ਉਹ ਸਾਜਨੋ ਮੀਤ ਪਿਆਰੇ, ਜੋ ਹਰ ਕੋ ਹਰ ਨਾਮ ਚਿਤਾਰੇ, ਜਾ ਕੀ ਧੀਰ ਕਿਸ ਮਨੈ ਸਦਾਰੇ। ਜਿਨ੍ਹਾਂ ਦੇ ਬਚਨ ਸਾਡੇ ਮਨ ਨੂੰ ਐਨ ਆਸਰਾ ਦੇ ਦੇਣ, ਜਿਨ੍ਹਾਂ ਦੀ ਦਿੱਤੀ ਹੋਈ ਧੀਰ ਸਾਡੇ ਮਨ ਨੂੰ ਐਨ ਦ੍ਰਿੜ ਕਰ ਦੇਵੇ, ਅਡੋਲ ਕਰ ਦੇਵੇ, ਸਾਡਾ ਮਨ ਕਦੀ ਡੋਲੇ ਨਾ। ਜੇ ਅਸੀਂ ਅੱਜ ਗਏ ਕਿਹਾ ਜੀ ਸਾਡਾ ਕਾਰਜ ਨਹੀਂ ਚੱਲਦਾ, ਚੱਲ ਗਿਆ, ਫਿਰ ਕਿਹਾ ਜੀ ਹੋਰ ਚਲਾ ਦਿਓ, ਨਹੀਂ ਚੱਲਦਾ, ਉਹ ਜੀ ਖਰਾਬ ਹੋ ਗਿਆ, ਫਿਰ ਚਲਾ ਦਿਓ। ਇਹਦਾ ਮਤਲਬ ਕਿ ਉੱਥੇ ਹਰੀ ਦੀ ਗੱਲ ਨਹੀਂ ਹੈ। ਉੱਥੇ ਸਿਰਫ ਤਾਂ ਸਿਰਫ ਦੁਨਿਆਵੀ ਤੌਰ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਗੱਲ ਹੈ। ਦੁਨੀਆ ਵੀ ਜ਼ਿਆਦਾ ਆਪਾਂ ਦੇਖਦੇ, ਅਸੀਂ ਸੰਸਾਰੀ ਜੀਵ ਹਾਂ, ਗ੍ਰਸਤੀ ਜੀਵ ਹਾਂ, ਲੋੜਾਂ ਦੇ ਮੁਤਾਜ ਹਾਂ। ਅਸੀਂ ਲੋੜਾਂ ਨੇ ਸਾਡੀ ਜ਼ਿੰਦਗੀ ਦੀਆਂ, ਹਰ ਬੰਦੇ ਦੀਆਂ ਲੋੜਾਂ ਨੇ ਕੋਈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਾਨੂੰ ਵਾਹਿਗੁਰੂ ਜੀ ਦੇ ਪਿਆਰ 'ਚ ਜੋੜ ਦਿੰਦੇ ਨੇ। ਜਿੱਥੇ ਜਾ ਕੇ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ, ਉਹ ਵਾਹਿਗੁਰੂ ਜੀ ਦੇ ਪਿਆਰ 'ਚ ਜੋੜਦੇ ਨੇ। ਜਿੱਥੇ ਜਾ ਕੇ ਪਰਮਾਤਮਾ ਦੇ ਨਾਲ ਜੁੜਨ ਕਰਕੇ ਸਭ ਕੁਝ ਹੀ ਮਿਲ ਜਾਂਦਾ ਹੈ, ਕਮੀ ਕੋਈ ਨਹੀਂ ਰਹਿੰਦੀ, ਮੰਗਣ ਦੀ ਲੋੜ ਨਹੀਂ ਰਹਿੰਦੀ। ਹੁਣ ਪਰਮਾਤਮਾ ਨਾਲ ਹੀ ਜਿਹਦੀ ਸਾਂਝ ਬਣ ਗਈ, ਉਹਨੂੰ ਤੇ ਘਾਟ ਕੋਈ ਨਹੀਂ ਨਾ ਰਵੇਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਹੈ ਵਾਹਿਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਮੈਨੂੰ ਸੰਤ ਸੇਵਾ ਇਹ ਦਾਨ ਬਖਸ਼ੋ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਾਰ-ਵਾਰ ਸਤਿਪੁਰਖਾਂ ਦੀ ਸੰਗਤ, ਸਤ ਸੰਗਤ ਦੀ ਸੇਵਾ ਦੀ ਜਾਚਨਾ ਕੀਤੀ ਹੈ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਆਪਣਾ ਜਿਹੜਾ ਮਨ ਹੈ ਨਾ, ਇਹ ਜੇ ਪ੍ਰਮਾਤਮਾ ਦੇ ਨਾਮ ਵਿੱਚ ਮਨ ਜਾਏ, ਪਤੀ ਜਾਏ, ਫਿਰ ਜ਼ਿੰਦਗੀ ਅੰਦਰ ਮਨੁੱਖ ਕਿੰਨਾ ਉੱਚਾ ਉੱਠ ਜਾਂਦਾ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਮਣ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਕਿਸੇ ਮਨੁੱਖ ਦਾ ਮਨ ਵਾਹਿਗੁਰੂ ਜੀ ਦੇ ਨਾਮ 'ਚ ਮੰਨ ਜਾਏ, ਸਤਿਗੁਰੂ ਜੀ ਕਹਿੰਦੇ ਸੁਰਤ ਹੋਵੇ ਮਨ ਬੁੱਧ, ਉਹਨੂੰ ਤੇ ਸਾਰੀ ਸੋਝੀ ਹੋ ਜਾਂਦੀ ਹੈ ਜ਼ਿੰਦਗੀ ਦੀ। ਮਨ ਕਰਕੇ ਉਹ ਬੜਾ ਸਿਆਣਾ ਬੁੱਧੀਵਾਨ ਹੋ ਜਾਂਦਾ ਹੈ, ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਹੁਣ ਅਸੀਂ ਜਦੋਂ ਵੀ ਸਤਿਪੁਰਖਾਂ ਕੋਲ ਜਾਈਏ, ਦੇਖੋ ਰੱਬ ਦੇ ਪਿਆਰੇ ਬੇਅੰਤ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਜਦੋਂ ਸਤ ਸੰਗਤ ਵਿੱਚ ਜਾਈਏ, ਜਦੋਂ ਸਤਿਪੁਰਖਾਂ ਕੋਲ ਜਾਈਏ, ਇੱਕੋ ਇੱਕ ਦਾਨ ਮੰਗੀਏ ਕਿ ਸਾਡਾ ਮਨ ਪਰਮਾਤਮਾ ਦੇ ਪਿਆਰ ਜੁੜ ਜਾਏ, ਸਾਡਾ ਮਨ ਨੂੰ ਵਾਹਿਗੁਰੂ ਜੀ ਦਾ ਨਾਮ ਮਿੱਠਾ ਲੱਗਣ ਲੱਗ ਪਏ।
ਜਦੋਂ ਨਾਮ ਮਿੱਠਾ ਲੱਗਣ ਲੱਗ ਪਿਆ, ਦੁਨੀਆ ਦੇ ਪਦਾਰਥ ਆਪੇ ਤੁਰੇ ਆਉਣਗੇ। ਜਿੱਥੇ ਨਾਮ ਆ ਜਾਂਦਾ ਹੈ ਨਾ, ਇਹ ਤੇ 4 ਪਦਾਰਥ ਰਹਿਣ ਖਲੋਤੇ, 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਇਹ ਤੇ ਰਿੱਧੀਆਂ ਸਿੱਧੀਆਂ ਮਗਰ ਮਗਰ ਤੁਰੀਆਂ ਫਿਰਦੀਆਂ ਨੇ। ਜਦੋਂ ਮਨ ਹੀ ਮੰਨ ਗਿਆ ਤੇ ਮੰਨਣ ਵਾਲੇ ਮਨ ਦੀ ਤੇ ਗਤਮਿਤ ਕੋਈ ਬਿਆਨ ਹੀ ਨਹੀਂ ਕਰ ਸਕਦਾ, ਇੰਨਾ ਮਹਾਨ ਬਣ ਜਾਂਦਾ ਹੈ। ਜਿਹਦਾ ਮਨ ਮੰਨ ਗਿਆ ਉਹ ਤੇ ਪ੍ਰਮਾਤਮਾ ਦਾ ਰੂਪ ਹੀ ਬਣ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਭਾਈ ਮੇਰਾ ਮਨ ਠਾਕੁਰ ਸੋ ਮੰਨ ਗਿਆ, ਪਰ ਮੰਨਿਆ ਸਾਧ ਸੰਗਤ ਵਿੱਚ ਆ ਕੇ। ਜਦੋਂ ਸਾਧੂ ਜਨ ਕਿਰਪਾਲ ਹੋਏ, ਦਇਆ ਦੇ ਘਰ ਚ ਆਏ, ਤੇ ਫਿਰ ਮੇਰੇ ਅੰਦਰੋਂ ਪ੍ਰਮਾਤਮਾ ਨਾਲੋਂ ਜਿਹੜੀ ਦੂਰੀ ਬਣੀ ਸੀ, ਬੇਗਾਨਾਪਣ ਸੀ, ਖਤਮ ਹੋ ਗਿਆ। ਹੁਣ ਤੇ ਮੈਨੂੰ ਪ੍ਰਮਾਤਮਾ ਆਪਣਾ ਨਜ਼ਰ ਆ ਰਿਹਾ। ਹੁਣ ਪ੍ਰਮਾਤਮਾ ਹੀ ਨਹੀਂ, ਹੁਣ ਤੇ ਨਾ ਕੋ ਬੈਰੀ ਨਹੀਂ, ਬੇਗਾਨਾ ਸਗਲ ਸੰਗ ਹਮਕੋ ਬਣਾਈ। ਹੁਣ ਤੇ ਸਾਰੀ ਦੁਨੀਆ ਮੈਨੂੰ ਆਪਣੀ ਨਜ਼ਰ ਆ ਰਹੀ ਹੈ। ਹੁਣ ਜਦੋਂ ਪ੍ਰਮਾਤਮਾ ਨਜ਼ਰ ਆਇਆ, ਸਤਿਗੁਰੂ ਸਾਹਿਬ ਜੀ ਕਹਿੰਦੇ, ਮੈਨੂੰ ਇਹ ਨਜ਼ਰ ਆਇਆ ਕਿ ਪ੍ਰਮਾਤਮਾ ਵਰਗਾ ਹੋਰ ਕੋਈ ਨਹੀਂ ਧਰਤੀ ਤੇ। ਉਹਦੇ ਵਰਗਾ ਸੁੰਦਰ ਕੋਈ ਨਹੀਂ ਹੈ। ਬੰਦਾ ਆਪਣੀ ਸੁੰਦਰਤਾ ਦਾ ਐਵੇਂ ਹੰਕਾਰ ਕਰੀ ਚਲਿਆ ਜਾਂਦਾ ਹੈ। ਉਹਦੇ ਵਰਗਾ ਸਿਆਣਾ ਕੋਈ ਨਹੀਂ ਹੈ। ਬੰਦਾ ਆਪਣੀ ਅਕਲ ਦਾ ਐਵੇਂ ਹੰਕਾਰ ਕਰੀ ਚਲਿਆ ਜਾਂਦਾ ਹੈ। परमात्मा वर्गा सुगड़ कोई नहीं है, दयालु कोई नहीं है, कृपालु कोई नहीं है। परमात्मा साडा मालिक है, उहदे वर्गा कोई साडा छत्रपति मालिक नहीं है। जिधर मैं देखदा मैनू परमात्मा ही नजर आउंदा है, परमात्मा दीयां वडियाईयां नजर आउंदियां ने। सतगुरु जी कहंदे इह इस करके होया जदों मैं सत संगत विच आया ते सानू भी साडे सतगुरु जी ने वार-वार सत संगत नाल जुड़न दी प्रेरणा कीती है। सत संगत इन्नी महान है, इन्नी उत्तम है। सतगुरु सच्चे पातशाह जी क्या करते सन, जिहदे ते सत संगत प्रसन्न उहदे ते गुरु प्रसन्न, जिहदे ते गुरु प्रसन्न उहदे ते प्रभु प्रसन्न। हुण जिहड़ा सत संगत दी प्रसन्नता नहीं लै सके वो गुरु दा प्यार कित्थों लेगा भाई, वो प्रभु दा प्यार ते बड़ी दूर दी गल है। सत संगत विच परमात्मा वसदा है, विच संगत हर प्रभ वसे जी। भाई गुरदास जी ने सत संगत विच जुड़ियां दी बहुत महिमा गायन कीती है। एक थां ते कहंदे ने कि मानसर हंस साध संगत परम हंस, धर्मसाल धर्म तुझा चल आवे। दुनिया के लोगों मान सरोवर ते जिहड़े रहिंदे उन्हां नूं हंस किहा जांदा है, पर जिहड़े सत संगत विच ने ये परम हंस ने। जिहड़े सत संगत नाल जुड़ गए ये परम हंस ने, ये धर्म दी तुझा ने, धर्म दा झंडा ने। हुण सत संगत विच आके जिहड़ा बंदा धर्मी बन गया, जिथे तुरिया फिरदा समझो धर्म दा झंडा झूल रिहा। धर्म की गत रही जदों कहा ना सतगुरु जी ने, उदों जदों मनुखता विचों धर्म खत्म होना शुरू हो गया। जदों समाज अधर्मी बन गया उदों समझो कि धर्म धर्म कला ये नहीं कि धर्म स्थान बड़े ने ते धर्म कायम है। धर्म कला ये नहीं कि धर्म के नां ते बड़े बड़े समागम हो रहे हैं ते बड़ा धर्म है। धर्म तो इत्थों पहचानिया जाना है कि मनुख दा मनुख नाल किन्ना कु प्यार है। धर्म तो इत्थों जानिया जाना है कि साडा परिवारक साडा समाजिक जीवन किहो जिहा है। धर्म तो इत्थों पहचानिया जाना है कि कोई दुखी है, उहदे दुख वेले किन्ने कु लोग उहदी मदद लई आउंदे ने, किन्ने कु लोग उहदा संग साथ दिंदे ने। धर्म तो यह है। हुण धर्म स्थान बड़े ने, साउथ वाल चले जाओ तुसीं, इहो जिहे धर्म स्थान ने। वैसे सारी ने, इधर भी ने उधर भी ने, पर उधर कुछ धर्म स्थान ने जिथे मन नहीं टन्ना दे हिसाब दे नाल सोना पिया होया, हजारां टन सोना पिया होया। एडे एडे धर्म स्थान, जिस मुल्क दे अंदर एडे एडे धर्म स्थान होण, उस मुल्क दे अंदर गरीब लोकी रोटी ना मिलण करके मर जाण, उस मुल्क दे अंदर किरती जिहड़ा वो रुलदा होए, उस मुल्क दे अंदर कोई दुख वेले एक दूजे दी बांह ही ना फड़े लुक के बैठ जाए, उस मुल्क नूं किद्दां असीं धर्मी कवांगे जी? वो धर्मी नहीं हो सकता, अडंबर हो सकता है। ये कह सकते कि धर्म के नां ते अडंबर बहुत है साडे मुल्क दे अंदर। धर्म की है? धर्म है मनुख दा मनुख नाल प्यार हो। धर्म की ना को वैरी नहीं, बेगाना सगल संग हमको मने। कोई बेगाना नहीं, भई सवे कट राम बोले, सारे अपने ने, सारे साडे ने। ये धर्म है। हुण तुसीं धार्मिक लोकां चले जाओ, राजनीतिक लोकां चल जाओ, उत्थे अपने पराए की गल इन्ने वड्डे पद्धर ते दूजिआं नूं देखना ही नहीं चाहुंदे।
ਜੋ ਸਾਡੀ ਮਰਜ਼ੀ ਦਾ ਹੈ ਉਹਨੂੰ ਅਸੀਂ ਪਾਲਾਂਗੇ, ਦੂਜਿਆਂ ਨੂੰ ਖਤਮ ਹੀ ਕਰ ਦਿਓ। ਮਾਰਨ ਤੇ ਤੋਂ ਲਾਉਂਦੇ ਨੇ। ਇਹ ਧਰਮ ਦੀ ਦੁਨੀਆ 'ਚ ਵੀ ਹੈ, ਉਵੇਂ ਵੀ ਹੈ। ਇਸ ਕਰਕੇ ਧਰਮ ਦਾ ਅਰਥ ਹੈ ਉਹ ਪਰਮ ਪਿਤਾ ਪ੍ਰਮਾਤਮਾ ਦਾ ਪਿਆਰ ਅੰਦਰ ਹੋਏ ਤੇ ਸਮੁੱਚੀ ਮਾਨਵਤਾ 'ਚ ਉਹ ਪ੍ਰਮਾਤਮਾ ਨਜ਼ਰ ਆਏ। ਸਤਿਗੁਰੂ ਜੀ ਕਹਿੰਦੇ ਹੁਣ ਜਦੋਂ ਸਤ ਸੰਗਤ ਵਿੱਚ ਆਏ, ਪਤਾ ਲੱਗਾ ਕਿ ਪ੍ਰਮਾਤਮਾ ਵਰਗਾ ਕੋਈ ਨਹੀਂ ਹੈ, ਔਰ ਉਸ ਪ੍ਰਮਾਤਮਾ ਨੂੰ ਜਾਣਨ ਦੇ ਲਈ, ਪ੍ਰਮਾਤਮਾ ਵਾਲੇ ਪਾਸੇ ਲੱਗਣ ਲਈ, ਮਨ ਨੂੰ ਮਨਾਉਣ ਲਈ ਸਤਿਗੁਰੂ ਜੀ ਕਹਿੰਦੇ ਕੋਈ ਯੋਗ, ਕੋਈ ਗਿਆਨ, ਕੋਈ ਧਿਆਨ, ਕੋਈ ਜਪ, ਕੋਈ ਤਪ ਜਿਹੜਾ ਨਾ ਇੱਕ ਨਿਮਕ ਜਿੰਨਾ ਕੰਮ ਨਹੀਂ ਆ ਸਕਦਾ। ਮਨ ਨੂੰ ਜੋੜਨ ਲਈ ਇਹ ਨਹੀਂ ਹੈ ਕਿ ਐਦਾਂ ਟਿਕੇ ਬੈਠੋ ਮਨ ਜੁੜ ਜਾਏਗਾ। ਸਤਿਗੁਰੂ ਜੀ ਕਹਿੰਦੇ ਮਨ ਨੂੰ ਜੋੜਨ ਦਾ ਇੱਕ ਤਰੀਕਾ ਹੈ ਕਿ ਸਤ ਸੰਗਤ ਵਿੱਚ ਆ ਕੇ ਸਾਧ ਸੰਗਤ ਦੀ ਕਿਰਪਾ ਸਾਡੇ ਤੇ ਹੋਵੇ। ਸਾਧ ਸੰਗਤ ਦੀ ਕਿਰਪਾ ਜ਼ਰੂਰ ਹੋਏਗੀ ਜਦੋਂ ਅਸੀਂ ਸਤ ਸੰਗਤ ਵਿੱਚ ਆ ਕੇ ਜਿਗਿਆਸੂ ਦੇ ਤੌਰ ਤੇ ਬੈਠਾਂਗੇ, ਕੁਝ ਜਾਣਨ ਦੇ ਤੌਰ ਤੇ ਬੈਠਾਂਗੇ, ਕੁਝ ਸਮਝਣ ਦੇ ਤੌਰ ਤੇ ਬੈਠਾਂਗੇ। ਜਦੋਂ ਹੋ ਗਈ ਉਦੋਂ ਮੈਂ ਜਿੱਧਰ ਦੇਖਦਾ ਪ੍ਰਮਾਤਮਾ ਨਜ਼ਰ ਆ ਰਿਹਾ, ਉਹੀ ਸਾਡਾ ਮਾਲਕ ਹੈ। ਹੁਣ ਹੋਰ ਕਿਸੇ ਦਾ ਕੋਈ ਡਰ ਨਹੀਂ। ਹੁਣ ਇੱਕ ਯਕੀਨ ਵੱਜ ਗਿਆ ਕਿ ਦੇਵਨ ਕਉ ਏਕੈ ਭਗਵਾਨ, ਸਭਨਾ ਜੀਆਂ ਕਾ ਇੱਕ ਦਾਤਾ। ਹੁਣ ਇੱਕ ਯਕੀਨ ਬਣ ਗਿਆ ਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਿਆਂ ਦਾ ਦਾਤਾ ਪ੍ਰਮਾਤਮਾ ਹੀ ਹੈ, ਕੋਈ ਮਨੁੱਖ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਹਾਂ, ਇਹ ਵਾਹਿਗੁਰੂ ਜੀ ਨੇ ਸਾਨੂੰ ਪਦਾਰਥ ਦਿੱਤੇ ਨੇ, ਇਹ ਪਦਾਰਥ ਵਾਹਿਗੁਰੂ ਜੀ ਦੇ ਨੇ, ਵਾਹਿਗੁਰੂ ਜੀ ਦੇ। ਜਿਵੇਂ ਲੰਗਰ 'ਚ ਜਾ ਕੇ ਕੋਈ ਸਾਨੂੰ ਬਾਲਟੀ ਫੜਾ ਦੇਣਾ ਕਿ ਲੈ ਤੂੰ ਦਾਲ ਵਰਤਾ ਦੇ ਕੜਛੀ ਦੇ ਨਾਲ, ਉਹ ਬਾਲਟੀ ਵਰਤਾਉਣ ਵਾਲੇ ਦੀ ਨਹੀਂ, ਉਹ ਤੇ ਲੰਗਰ ਦੀ ਹੈ। ਉਹ ਤੇ ਮਾਣ ਮਿਲਿਆ ਕਿ ਤੂੰ ਵਰਤਾ ਦੇ, ਤੇ ਵਰਤਾਵੇ ਨੂੰ ਚਾਹੀਦਾ ਬੜੇ ਪਿਆਰ ਨਾਲ ਸਾਰੇ ਨੂੰ ਬਰਾਬਰ ਹੀ ਵਰਤਾਏ। ਜੇ ਵਰਤਾਵੇ ਵੀ ਵਿਤਕਰਾ ਕਰਨ, ਆਪਾਂ ਦੇਖਦੇ ਲੰਗਰਾਂ 'ਚ ਵੀ ਕੁਝ ਹੋਣ ਲੱਗ ਪਿਆ। ਆਪਣੇ ਪਰਿਵਾਰ ਦੇ ਜੀ ਆ ਗਏ, ਉਹਨੂੰ ਰੋਟੀਆਂ ਦੇ ਥੱਬੇ ਬਣ ਕੇ ਦੇਈ ਚਲੇ ਜਾਂਦੇ ਨੇ, ਦੂਜਿਆਂ ਵੱਲ ਦੇਖਦੇ ਨਹੀਂ। ਇਹ ਦੇਖਦੇ ਆਪਾਂ ਲੰਗਰਾਂ 'ਚ ਵੀ ਇਹ ਕੁਝ ਵਾਪਰਨ ਲੱਗ ਪਿਆ। ਉਹ ਸਾਨੂੰ ਮਾਣ ਮਿਲਿਆ, ਲੰਗਰ ਗੁਰੂ ਕਾ ਲੰਗਰ ਸਾਡਾ ਨਹੀਂ ਹੈ। ਜੇ ਮਾਣ ਮਿਲ ਗਿਆ ਤੇ ਆਪਾਂ ਸਾਰਿਆਂ ਦੇ ਨਾਲ ਬਰਾਬਰ ਵਿਹਾਰ ਕਰੀਏ, ਸਾਰਿਆਂ ਦਾ ਧਿਆਨ ਰੱਖੀਏ। ਇਹ ਜੇ ਵਾਹਿਗੁਰੂ ਜੀ ਨੇ ਪਦਾਰਥ ਦਿੱਤੇ ਨੇ, ਜੇ ਵਾਹਿਗੁਰੂ ਜੀ ਨੇ ਰੁਤਬੇ ਦਿੱਤੇ ਨੇ, ਤੇ ਵਾਹਿਗੁਰੂ ਜੀ ਨੇ ਸਾਡੇ ਹੱਥ ਸਮਝੋ ਕਿ ਸਾਨੂੰ ਵਰਤਾਵੇ ਹੋਣ ਦਾ ਮਾਣ ਦਿੱਤਾ। ਆਪਾਂ ਉਹਨਾਂ ਪਦਾਰਥਾਂ ਨੂੰ ਲੋਕਾਂ 'ਚ ਵਰਤਾ ਕੇ, ਲੋਕਾਂ ਦਾ ਪਿਆਰ ਲੈ ਕੇ ਵਾਹਿਗੁਰੂ ਜੀ ਦੀ ਬਖਸ਼ ਦੇ ਪਾਤਰ ਬਣ ਜਾਈਏ। ਪਰ ਜਦੋਂ ਇਹ ਖਿਆਲ ਹੈ ਕਿ ਮੇਰਾ ਹੈ, ਸਤਿਗੁਰੂ ਜੀ ਕਹਿੰਦੇ ਉਦੋਂ ਆਪਾਂ ਕਦੀ ਅੱਗੇ ਨਹੀਂ ਵੱਧ ਸਕਾਂਗੇ। ਸਤਿਗੁਰੂ ਜੀ ਅਖੀਰ ਤੇ ਕਹਿੰਦੇ ਨੇ ਕਿ ਪਾਵੋ ਦਾਨ ਸੰਤ ਸੇਵਾ, ਹਰ ਨਾਨਕ ਸਦ ਕੁਰਬਾਨਾ। ਇਹ ਵਾਹਿਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾ ਕੇ ਇੱਕ ਬੇਨਤੀ ਕਰਦਾ ਕਿ ਮੈਨੂੰ ਸੰਤ ਜਨਾਂ ਦੀ ਸੇਵਾ ਬਖਸ਼ ਦਿਓ, ਸਾਧ ਸੰਗਤ ਦੀ ਸੇਵਾ ਬਖਸ਼ ਦਿਓ। ਮੈਂ ਸਤ ਸੰਗਤ ਨਾਲ ਜੁੜਿਆ ਰਵਾਂ, ਸਤ ਸੰਗਤ ਨਾਲ ਮੇਰੀ ਸਾਂਝ ਬਣੀ ਰਹੇ, ਔਰ ਸਤ ਸੰਗਤ ਦੀ ਸੇਵਾ ਕਰਦਿਆਂ ਹੀ हे ਵਾਹਿਗੁਰੂ ਜੀ, ਮੈਂ ਤੁਹਾਡੇ ਪਿਆਰ 'ਚ ਜੁੜ ਜਾਵਾਂ, ਮੇਰਾ ਮਨ ਜਿਹੜਾ ਹੈ ਇਹ ਜੁੜ ਜਾਏ। ਗੁਰਬਾਣੀ ਕਹਿੰਦੀ ਇਸ ਮਨ ਨੂੰ ਟਿਕਾਉਣ ਦਾ, ਮਨਾਉਣ ਦਾ ਇੱਕੋ ਇੱਕ ਥਾਂ ਹੈ ਸਤ ਸੰਗਤ। ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ 'ਚ ਇੱਕ ਥਾਂ ਤੇ ਬੜੇ ਪਿਆਰੇ ਬਚਨ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਇਹ ਪੰਜ ਵਿਕਾਰ ਹੀ ਸਾਡੇ ਮਨ ਨੂੰ ਨਹੀਂ ਨਾ ਟਿਕਣ ਦਿੰਦੇ, ਇਹਨਾਂ ਨੇ ਹਾਈਜੈਕ ਕਰ ਲਿਆ ਸਾਡੇ ਮਨ ਨੂੰ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਇਹਨਾਂ ਪੰਜਾਂ ਤੇ ਕਾਬੂ ਪਾ ਲਏ, ਇਹੋ ਜਿਹਾ ਸੂਰਮਾ ਕੌਣ ਹੈ? ਕਹੋ ਨਾਨਕ ਤਿੰਨ ਜਨ ਨਿਰਦਲੀਆ, ਸਾਧ ਸੰਗਤ ਕਹਿ ਝਲੀ ਰੇ। ਜਿਨ੍ਹਾਂ ਨੇ ਇਹਨਾਂ ਤੇ ਜਿੱਤ ਪ੍ਰਾਪਤ ਕੀਤੀ, ਨਿਰਦਲੀਆ ਦਾ ਅਰਥ ਕਿ ਉਹਨਾਂ ਨੇ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ, ਇਸ ਦਲ ਨੂੰ ਕਮਜ਼ੋਰ ਕਰ ਦਿੱਤਾ। ਸਾਧ ਸੰਗਤ ਕਹਿ ਝਲੀ ਰੇ, ਜਿਹੜੇ ਸਤ ਸੰਗਤ ਦੇ ਚੱਲ। ਜਦੋਂ ਕਿਸੇ ਜੰਗਲ ਵਿੱਚ ਜਾ ਕੇ ਕਿਸੇ ਪਸ਼ੂ ਨੂੰ, ਜਾਨਵਰ ਨੂੰ ਫੜਦਾ ਹੁੰਦਾ ਹੈ ਨਾ, ਉਹਨੂੰ ਘੇਰ ਘਰ ਕੇ ਉਹ ਜਿੱਥੇ ਬਹੁਤ ਝਾੜੀਆਂ ਹੁੰਦੀਆਂ ਨੇ, ਝੱਲ ਜੇ ਹੁੰਦੇ, ਉੱਥੇ ਲਿਆਉਂਦੇ ਨੇ, ਉਹ ਕਾਬੂ ਆ ਜਾਂਦੇ। ਕਹਿੰਦੇ ਸਤ ਸੰਗਤ ਵਿੱਚ ਆ ਜਾਓ, ਇੱਥੇ ਆ ਕੇ ਮਨ ਕਾਬੂ ਆ ਜਾਏਗਾ, ਇੱਥੇ ਆ ਕੇ ਮਨ ਜਿਹੜਾ ਉੱਚਾ ਉੱਠ ਜਾਏਗਾ। ਇਹ ਕਹਿ ਲਈਏ ਕਿ ਸਤ ਸੰਗਤ ਹੀ ਹੈ ਜਿੱਥੇ ਬੈਠ ਕੇ ਅਸੀਂ ਮਨ ਨੂੰ ਟਿਕਾ ਸਕਦੇ ਹਾਂ, ਜੋੜ ਸਕਦੇ ਹਾਂ। ਔਰ ਗੁਰੂ ਬਾਬਾ ਜੀ ਨੇ ਕਿਹਾ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਹੇ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਸਾਈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਦਾ ਇਹ ਪਵਿੱਤਰ ਮੁਖ ਵਾਕ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 1210 ਅੰਕ ਤੇ ਸਾਰੰਗ ਰਾਗ ਵਿੱਚ ਅੰਕਿਤ ਹੈ। ਗੁਰਦੇਵ ਕਹਿੰਦੇ ਮੇਰਾ ਮਨ ਪ੍ਰਮਾਤਮਾ 'ਚ ਮੰਨ ਗਿਆ ਹੈ, ਇਹ ਮੰਨਿਆ ਹੈ ਸਤ ਸੰਗਤ ਦੀ ਕਿਰਪਾ ਸਦਕਾ। ਕਿਉਂਕਿ ਸਤ ਸੰਗਤ ਵਿੱਚ ਆ ਕੇ ਮੇਰੇ ਮਨ 'ਚੋਂ ਉਹ ਜਿਹੜਾ ਓਪਰਾਪਣ ਸੀ, ਬੇਗਾਨਾਪਣ ਸੀ, ਪ੍ਰਮਾਤਮਾ ਨੂੰ ਮੈਂ ਬੇਗਾਨਾ ਸਮਝਦਾ ਸੀ ਨਾ, ਉਹ ਬੇਗਾਨਾਪਣ ਖਤਮ ਹੋ ਗਿਆ। ਹੁਣ ਮੈਂ ਦੇਖਦਾ ਸਾਰੇ ਥਾਵਾਂ ਤੇ ਪ੍ਰਮਾਤਮਾ ਹੀ ਹੈ, ਪ੍ਰਮਾਤਮਾ ਵਰਗਾ ਹੋਰ ਕੋਈ ਨਹੀਂ ਹੈ। ਔਰ ਉਹ ਪ੍ਰਮਾਤਮਾ ਦੇ ਪਿਆਰ 'ਚ ਜੁੜਨ ਦੇ ਲਈ ਕੋਈ ਜੋਗ, ਕੋਈ ਜਪ, ਕੋਈ ਤਪ ਜਿਹੜਾ ਇੱਕ ਨਿਮਖ ਜਿੰਨਾ ਕੰਮ ਨਹੀਂ ਆ ਸਕਦਾ।
ਇੱਕੋ ਇੱਕ ਚੀਜ਼ ਹੈ ਸਤ ਸੰਗਤ। ਸਾਧ ਸੰਗਤ ਪ੍ਰਗਟੇ ਸੋ ਗਿਆਨ, ਇੱਥੇ ਆ ਕੇ ਗਿਆਨ ਪ੍ਰਗਟ ਹੁੰਦਾ ਹੈ। ਸਾਧ ਸੰਗ ਮਲ ਲਾਥੀ, ਇੱਥੇ ਆ ਕੇ ਮੈਲ ਲਾਥੀ ਹੈ। ਪਾਰ ਬ੍ਰਹਮ ਭਇਓ ਸਾਥੀ, ਇੱਥੇ ਆ ਕੇ ਪਤਾ ਲੱਗਾ ਕਿ ਪ੍ਰਮਾਤਮਾ ਸਾਡਾ ਸੰਗੀ ਸਾਥੀ ਹਰ ਵੇਲੇ ਸਾਡੇ ਨਾਲ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਸਾਧ ਸੰਗ ਮਿਲ ਬੁੱਧ ਵਿਵੇਕ, ਸਾਧ ਸੰਗਤ ਵਿੱਚ ਆ ਕੇ ਵਿਵੇਕ ਮਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਡਾ ਸਤ ਸੰਗਤ ਨਾਲ ਪਿਆਰ ਬਣੇ, ਸਤਿਪੁਰਖਾਂ ਨਾਲ ਪਿਆਰ ਬਣੇ, ਗੁਰਬਾਣੀ ਨਾਲ ਪਿਆਰ ਬਣੇ। ਜਦੋਂ ਗੁਰਬਾਣੀ ਰਾਹੀਂ ਸਤ ਸੰਗਤ ਰਾਹੀਂ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ, ਯਕੀਨਨ ਸਾਡਾ ਮਨ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਇਕਾਗਰਚਿਤ ਹੋ ਕੇ ਅਨੰਤ ਹੋ ਜਾਏਗਾ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ। ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਪਾਤਸ਼ਾਹ ਜੀ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ। ਪਿਆਰ ਅਦਬ ਸਰ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।